ਵਾਹਿਗੁਰੂ ਵਾਹਿਗੁਰੂ। ਗੁਰੂ ਨਾਨਕ ਪਦ ਪੰਕਜ ਬੰਦਨ ਪੰਕਜ ਬੰਦਨਾ ਸਿਮਰੋ ਅੰਗਦ ਦੁਖ ਨਿਕੰਦਨ ਗੁਰੂ ਅਮਰਦਾਸ ਹਿਰਦੈ ਨਿਤ ਧਿਆਉ ਹਿਰਦੈ ਨਿਤ ਧਿਆਉ ਸ਼੍ਰੀ ਗੁਰੂ ਰਾਮਦਾਸ ਗੁਣ ਗੁਰੂ ਅਰਜਨ ਬਿਗਨਨ ਕੇ ਨਾਸ਼ਕ ਬਿਗਨਨ ਕੇ ਨਾਸਕ ਸ਼੍ਰੀ ਹਰਿ ਗੋਬਿੰਦ ਸੁਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਤਰੋ ਤਰ ਬਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਵੰਦੋ ਬਾਰ ਬਾਰ ਜਗ ਏਕ ਓੰਕਾਰ ਸਤਿਗੁਰੂ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਵਿਨਾਸ਼ਨ ਸੋਏ ਦੋਹਰਾ ਵਰਖਾ ਕਰ ਕੀ ਤਪਤ ਮਿਟਾਵੈ ਅਨ ਉਪਾਵਨ ਤੇ ਤ੍ਰਿਪਤਾਵੈ ਪੁਨ ਸੋ ਮੇਘ ਦੀਨ ਹੋਏ ਜਾਏ ਜੈ ਤੇ ਆਵੈ ਤਹਾਂ ਸਮਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਪਿਛਲੇ ਪਹਿਰਾਂ ਦੇ ਦੀਵਾਨ ਸਜਾਉਂਦੇ ਹੋਏ ਆਪ ਜੀ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਆਓ ਲੜੀਵਾਰ ਇਤਿਹਾਸ ਦੀ ਕਥਾ ਵਿਚਾਰ ਨਾਲ ਜੁੜਨਾ ਕਰੀਏ ਜੀ। ਆਪਾਂ ਵਿਚਾਰਾਂ ਸਰਵਣ ਕਰ ਰਹੇ ਹਾਂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸੱਚਖੰਡ ਹਜ਼ੂਰ ਸਾਹਿਬ ਨਾਂਦੇੜ ਵਿਖੇ ਅਲੋਪ ਹੋਣਾ। ਜਦ ਸਿੰਘਾਂ ਨੂੰ ਪਤਾ ਲੱਗਿਆ, ਸਿੰਘਾਂ ਨੇ ਬਰਾਕ ਕੀਤਾ, ਪੁੱਛਣਾ ਕੀਤਾ ਮਹਾਰਾਜ ਸਾਡਾ ਕੀ ਬਣੂਗਾ, ਅਸੀਂ ਕੀ ਕਰਾਂਗੇ, ਤੁਹਾਡੇ ਆਹ ਦਰਸ਼ਨ ਸਾਨੂੰ ਕਿਵੇਂ ਹੋਣਗੇ। ਤਾਂ ਸਤਿਗੁਰਾਂ ਨੇ ਸਿੰਘਾਂ ਨੂੰ ਸੰਗਤਾਂ ਨੂੰ ਧੀਰਜ ਦਿੰਦੇ ਹੋਏ ਅਨੇਕਾਂ ਤਰ੍ਹਾਂ ਦੇ ਬਚਨ ਵਿਲਾਸ ਕੀਤੇ, ਬ੍ਰਹਮ ਗਿਆਨ ਬਖਸ਼ਿਸ਼ ਕੀਤਾ ਔਰ ਨਾਲ ਇਹ ਦੱਸਿਆ ਕਿ ਗੁਰੂ ਜਿਹੜਾ ਕਦੇ ਜੰਮਣ ਮਰਨ ਵਿੱਚ ਨਹੀਂ ਆਉਂਦਾ ਗਾ। ਗੁਰੂ ਜਿਹੜਾ ਬੱਦਲਾਂ ਦੀ ਨਿਆਈ ਸਮਝੋ, ਧਰਤੀ ਤੋਂ ਪਾਣੀ ਉੱਡਿਆ ਉੱਪਰ ਗਿਆ ਬੱਦਲ ਬਣੇ, ਫਿਰ ਧਰਤੀ 'ਤੇ ਗਰਮੈਸ਼ ਹੋਈ ਅਤੇ ਬੱਦਲ ਵਰ ਕੇ ਇਹਨੂੰ ਫਿਰ ਸ਼ਾਂਤੀ ਦਿੰਦੇ ਆ। ਇਸੇ ਤਰ੍ਹਾਂ ਗੁਰੂ ਬੱਦਲਾਂ ਵਰਗਾ ਹੈ। ਜਿਵੇਂ ਬੱਦਲ ਧਰਤੀ ਦੀ ਤਪਸ਼ ਨੂੰ ਮਿਟਾਉਣ ਵਾਸਤੇ ਆਉਂਦੇ ਹਨ, ਫਿਰ ਮੀਂਹ ਵਰ ਜਾਂਦਾ, ਧਰਤੀ 'ਤੇ ਅਨਾਜ ਪੈਦਾ ਹੋ ਜਾਂਦਾ, ਜੀਵਾਂ ਨੂੰ ਸੁੱਖ ਦੇ ਦਿੰਦੇ ਆ ਅਤੇ ਬੱਦਲ ਫਿਰ ਉੱਥੇ ਚਲੇ ਜਾਂਦੇ ਆ ਜਿੱਥੋਂ ਆਏ ਹੁੰਦੇ ਹਨ। ਇਸੇ ਤਰ੍ਹਾਂ ਦੇ ਗੁਰੂ ਦਾ ਸੁਭਾਅ ਹੈ। ਆਓ ਇਹ ਵਿਚਾਰ ਨੂੰ ਅੱਗੇ ਆਰੰਭ ਕਰਕੇ ਸਰਵਣ ਕਰਦੇ ਹਾਂ। ਕਿਸ ਤਰ੍ਹਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਿੰਘਾਂ ਦੇ ਕੋਲੋਂ ਅਲੋਪ ਹੁੰਦੇ ਆ, ਅਲੋਪ ਹੋਣ ਦਾ ਕਾਰਨ ਕੀ ਹੈ। ਉਸ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਲਵਾਈਏ ਹਾਜ਼ਰੀਆਂ, ਗੁਰੂ ਕਾ ਬਖਸ਼ਿਆ ਫਤਿਹ ਦਾ ਨਾਅਰਾ ਕਰੀਏ, ਬੁਲੰਦ ਗੱਜ ਕੇ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਵਰਖਾ ਕਰ ਕੀ ਤਪਤ ਮਿਟਾਵੈ ਅਨ ਉਪਾਵਨ ਤੇ ਤ੍ਰਿਪਤਾਵੈ। ਜਿਵੇਂ ਗੁਰੂ ਪਿਆਰਿਓ ਧਰਤੀ ਉੱਤੇ ਗਰਮੀ ਵੱਧ ਜਾਂਦੀ ਹੈ ਤੇ ਆਕਾਸ਼ ਵਿੱਚ ਬੱਦਲ ਆ ਜਾਂਦੇ ਹਨ ਔਰ ਫਿਰ ਮੀਂਹ ਪਾ ਕਰਕੇ ਧਰਤੀ ਦੀ ਤਪਸ਼ ਨੂੰ ਗਰਮੈਸ਼ ਨੂੰ ਮਿਟਾਉਂਦੇ ਹਨ। ਧਰਤੀ ਵਿੱਚ ਘਾਹ ਫੂਸ ਪੈਦਾ ਹੁੰਦਾ ਹੈ, ਉਸ ਘਾਹ ਨੂੰ ਗਊਆਂ ਪਸ਼ੂ ਪੰਛੀ ਛਕਦੇ ਹਨ ਔਰ ਗਊਆਂ ਦੁੱਧ ਦਿੰਦੀਆਂ ਹਨ। ਫਿਰ ਉਹ ਦੁੱਧ ਦੇ ਵਿੱਚੋਂ ਦੇਸੀ ਘਿਓ ਬਣਦੇ ਹਨ ਅਤੇ ਫਿਰ ਉਹ ਘਿਓ ਸਮਾਗਮਾਂ ਵਿੱਚ ਵਰਤੇ ਜਾਂਦੇ ਆ। ਇਹ ਵੀ ਪਾਤਸ਼ਾਹ ਨੇ ਬਚਨ ਸ਼ਬਦ ਦੇ ਰੂਪ ਦੇ ਵਿੱਚ ਗੁਰੂ ਪਿਆਰਿਓ ਲਿਖਣਾ ਕੀਤਾ ਮਲਾਰ ਰਾਗ ਦੇ ਵਿੱਚ। ਇਸੇ ਤਰ੍ਹਾਂ ਹੀ ਕਹਿੰਦੇ ਜਦੋਂ ਵਰਖਾ ਪੈਂਦੀ ਹੈ ਧਰਤੀ ਨੂੰ ਸੁੱਖ ਮਿਲਦਾ ਹੈ, ਜੀਵਾਂ ਨੂੰ ਸੁੱਖ ਮਿਲਦਾ ਹੈ, ਅਨਾਜ ਪੈਦਾ ਹੁੰਦੇ ਹਨ।
मेघ लीन होए जाए जैते आवे तहाँ समाए। ਔਰ ਇਉਂ ਗੁਰੂ ਜਿਹੜਾ ਹੈ ਬੱਦਲ ਜਿਹੜੇ ਹਨ ਧਰਤੀ ਨੂੰ ਸੁੱਖ ਦੇ ਕੇ ਉੱਥੇ ਹੀ ਸਮਾ ਜਾਂਦੇ ਆ। ਜਿਹੇ ਤੇ ਉਪਜਿਓ ਨਾਨਕਾ ਲੀਨ ਤਾਹੇ ਮਹਿਮਾਨ, ਜਿਵੇਂ ਬੱਦਲ ਉੱਥੇ ਹੀ ਚਲੇ ਜਾਂਦੇ ਆ ਜਿੱਥੋਂ ਪੈਦਾ ਹੋਏ ਨੇ। ਤਿਮ ਸਤਿਗੁਰ ਕੋ ਲਖੋ ਸਰੀਰਾ ਸੁਖ ਮਗ ਉਪਦੇਸ਼ਿਤ ਕਰ ਧੀਰਾ। ਇਸੇ ਤਰ੍ਹਾਂ ਹੀ ਸਾਡਾ ਸਰੀਰ ਹੈ। ਅਸੀਂ ਜੰਮਣ ਮਰਨ ਵਿੱਚ ਨਹੀਂ, ਅਸੀਂ ਤਾਂ ਪਰਮੇਸ਼ਰ ਦੇ ਹੁਕਮ ਨੂੰ ਬਜਾਉਣ ਵਾਸਤੇ ਆਏ ਹਾਂ। ਅਕਾਲ ਪੁਰਖ ਨੇ ਹੁਕਮ ਲਾਇਆ, ਜਾਏ ਜਹਾਂ ਤੇ ਧਰਮ ਵਿਥਾਰੋ ਦੁਸ਼ਟ ਦੋਖੀਨ ਪਕੜ ਪਛਾਰੋ। ਅਸੀਂ ਧਰਤੀ ਤੋਂ ਦੁਸ਼ਟਾਂ ਦਾ ਜਿਹੜਾ ਤਪਸ਼ ਹੈ, ਦੁਸ਼ਟਾਂ ਦਾ ਤਪਸ ਦਾ ਰਾਜ ਹੈ, ਜਿਹੜਾ ਮਾੜਾ ਰਾਜ ਦੁਨੀਆ ਨੂੰ ਦੁੱਖ ਦੇਣ ਵਾਲਾ, ਉਹਨੂੰ ਖਤਮ ਕਰਨ ਵਾਸਤੇ ਆਏ ਹਾਂ। ਤੇ ਦੁਨੀਆ ਨੂੰ ਸ਼ੁਭ ਰਸਤਾ ਦੱਸ ਕੇ ਸਿੱਧੇ ਰਸਤੇ ਸੁੱਖ ਨਾਲ ਜੀਵਨ ਬਤੀਤ ਕਰਨ ਦਾ ਢੰਗ ਦੱਸਣ ਲਈ ਆਏ ਹਾਂ। ਜਿਸ ਸਥਾਨ ਮੇ ਪਹੁੰਚੀ ਜਾਏ ਨਿਤ ਸਿੱਖਣ ਕੀ ਰਹੇ ਸਹਾਈ। ਔਰ ਫਿਰ ਆਪਣੇ ਉਸੇ ਸਥਾਨ ਤੇ ਜਾ ਸਮਾਉਂਦੇ ਆ ਜਿੱਥੋਂ ਆਏ ਹੁੰਦੇ ਆ। 3.5 ਯੁੱਗ ਤਪੱਸਿਆ ਗੁਰੂ ਗੋਬਿੰਦ ਸਿੰਘ ਜੀ ਦੀ, ਵਾਰ-ਵਾਰ ਨਵਾਂ ਨਾਮ ਧਰ ਕੇ ਦੁਨੀਆ ਵਿੱਚ ਆ ਕੇ ਜ਼ੁਲਮ ਦਾ ਨਾਸ਼ ਕਰਦੇ ਆ। ਪਹਿਲਾਂ ਦੁਸ਼ਟ ਨਿਤਾਮਨ ਨਾਮ ਧਰਾਇਆ, ਫਿਰ ਗੋਬਿੰਦ ਰਾਏ ਧਰਾਇਆ, ਗੁਰੂ ਗੋਬਿੰਦ ਸਿੰਘ ਬਣੇ। ਇਸੇ ਤਰ੍ਹਾਂ ਯਦ ਧਰਮ ਗਲਾਨੀਸਤ ਕ੍ਰਿਸ਼ਨ ਜੀ ਆਪਣੀ ਗੀਤਾ ਵਿੱਚ ਲਿਖਦੇ ਆ, ਜਦੋਂ ਜਦੋਂ ਧਰਮ ਤੇ ਗਲਾਨੀ ਪੈਦਾ ਹੋ ਜਾਂਦੀ ਹੈ, ਲੋਕਾਂ ਵਿੱਚੋਂ ਧਰਮ ਖਤਮ ਹੋਣਾ ਸ਼ੁਰੂ ਹੋ ਜਾਂਦਾ ਹੈ, ਤਦ ਉਦੋਂ ਪਰਮੇਸ਼ਰ ਆਪਣੇ ਕਿਸੇ ਸਰੂਪ ਨੂੰ ਭੇਜਦਾ ਹੈ। ਦੇਖਦਾ ਥੱਲੇ ਕਿਹੋ ਜਿਹਾ ਜ਼ੁਲਮ ਹੈ, ਓਨੀ ਕੁ ਪਾਵਰ ਦੇ ਕੇ ਭੇਜ ਦਿੰਦਾ। ਔਰ ਔਰੰਗਜ਼ੇਬ ਨੇ ਬਹੁਤਾ ਜ਼ੁਲਮ ਵਧਾਇਆ ਸੀ ਤੇ ਉਹਨਾਂ ਨੇ ਵੇਖਿਆ ਵੀ ਇਹ ਕੰਮ ਹੁਣ ਦੁਸ਼ਟ ਦਮਨ ਬਿਨਾਂ ਨਹੀਂ ਲੋਟ ਆਉਣਾ। ਇਸ ਕਰਕੇ ਉਹਨਾਂ ਨੇ 10ਵੇਂ ਪਾਤਸ਼ਾਹ ਜੀ ਨੂੰ ਭੇਜਣਾ ਕੀਤਾ। ਖੈਰ, ਕਹਿੰਦੇ ਫੇਰ ਗੁਰੂ ਆਪਣੇ ਹੀ ਨਿਜ ਸਥਾਨ ਤੇ ਜਾ ਸਮਾਉਂਦਾ ਹੈ। ਉਪਜੇ ਪ੍ਰੇਮ ਭਾਉ ਮਨ ਜਾ ਕੇ ਅੰਗ ਸੰਗ ਸਤਿਗੁਰ ਹੈ ਤਾਕੀ। ਔਰ ਸਿੱਖਾਂ ਦੇ ਵਿੱਚ ਹੀ ਰਹਿੰਦਾ ਹੈ। ਨਿਤ ਸਿੱਖਣ ਕੋ ਰਹਿ ਸਹਾਏ, ਸਿੱਖਾਂ ਦੀ ਹਮੇਸ਼ਾ ਸਹਾਇਤਾ ਕਰਦਾ, ਸਿੱਖਾਂ ਦੇ ਨਾਲ ਰਹਿੰਦਾ ਹੈ। ਜਿਨ੍ਹਾਂ ਦੇ ਹਿਰਦੇ ਵਿੱਚ ਬਹੁਤ ਪਿਆਰ ਪ੍ਰੇਮ ਪ੍ਰੀਤ ਪੈਦਾ ਹੋ ਜਾਂਦੀ ਹੈ, ਉਹਨਾਂ ਦੇ ਤਾਂ ਗੁਰੂ ਅੰਗ ਸੰਗ ਰਹਿੰਦਾ ਹੈ, ਦਿਖਾਈ ਵੀ ਦਿੰਦਾ ਹੈ, ਉਹਨਾਂ ਨੂੰ ਪ੍ਰਗਟ ਵੀ ਹੋ ਜਾਂਦਾ ਹੈ, ਉਹਨਾਂ ਨੂੰ ਫੀਲ ਵੀ ਹੁੰਦਾ ਹੈ, ਅਨੁਭਵ ਵੀ ਹੁੰਦਾ ਹੈ। ਕਹੋ ਸਤਨਾਮ ਸ੍ਰੀ ਵਾਹਿਗੁਰੂ। ਬਾਬਾ ਨਿਧਾਨ ਸਿੰਘ ਦੀ ਗੱਲ ਕਰ ਲਓ ਤੇ ਚਾਹੇ ਗੁਰੂ ਪਿਆਰਿਓ, ਹੋਰ ਅਨੇਕਾਂ ਹੀ ਕਹਾਣੀਆਂ ਜਿਹੜੀਆਂ ਕਿ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਅਲੋਪ ਹੋਣ ਤੋਂ ਬਾਅਦ ਵਰਤੀਆਂ, ਉਹਨਾਂ ਦਾ ਇਹੋ ਹੀ ਕਾਰਨ ਹੈ ਕਿ ਗੁਰੂ ਸਾਡੇ ਕਿਤੇ ਨਹੀਂ ਗਏ, ਸਾਡੇ ਵਿੱਚ ਹੀ ਵਿਚਰ ਰਹੇ ਆ, ਖਾਲਸਾ ਪੰਥ ਦੇ ਵਿੱਚ ਹੀ ਵਿਚਰ ਰਹੇ ਆ। ਬਸ ਹੁਣ ਕਲਗੀ ਨਹੀਂ ਲਾਉਂਦੇ। ਕਹੋ ਸਤਨਾਮ ਸ੍ਰੀ। ਇੱਕ ਉਹਨਾਂ ਦੀ ਖਾਸ ਨਿਸ਼ਾਨੀ ਹੈ ਕਲਗੀ ਲਾਉਣਾ, ਕਿਉਂਕਿ ਜੋ ਗੁਰੂ ਵਾਲੀ ਪਾਵਰ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਰੱਖ ਦਿੱਤੀ ਆ। ਕਹੋ ਸਤਨਾਮ ਸ੍ਰੀ। ਗੁਰਤਾ ਗੱਦੀ ਇਹਨਾਂ ਨੂੰ ਦੇ ਦਿੱਤੀ ਆ, ਇਸੇ ਕਰਕੇ ਉਹਨਾਂ ਨੂੰ ਅਲੋਪ ਹੋਣਾ ਪਿਆ। ਕਿਉਂਕਿ ਜਦੋਂ ਵੀ ਗੁਰੂ ਸਾਹਿਬ ਨੇ ਗੱਦੀ ਅੱਗੇ ਦਿੱਤੀ ਤੇ ਉਹ ਪਹਿਲੇ ਸਰੀਰ ਕਰਕੇ ਰਹੇ ਨਹੀਂ, ਉਹ ਸਰੀਰ ਨੂੰ ਅਲੋਪ ਕਰ ਦਿੱਤਾ ਹੈ। ਭਾਵੇਂ ਉਹ ਵਿੱਚ ਹੀ ਵਿਚਰ ਰਹੇ ਹੁਣ। ਜਿਵੇਂ ਗੁਰੂ ਪਿਆਰਿਓ ਆਪਾਂ ਪਿੱਛੇ ਸਰਵਣ ਕੀਤਾ ਸੀਗਾ ਕਿ ਸਤਿਗੁਰਾਂ ਦੇ ਕੋਲ ਇੱਕ ਰੂਹ ਉਤਰੀ ਆ, ਇੱਕ ਤੰਬੂ ਦੇ ਵਿੱਚ ਵਿਰਾਜਮਾਨ ਬੈਠੇ ਆ, ਤੇ ਉਸ ਰੂਹ ਨੇ ਆ ਕੇ ਕਿਹਾ, ਮਹਾਰਾਜ ਜੀ ਤੁਹਾਡਾ ਸਮਾਂ ਤਾਂ ਸੰਪੂਰਨ ਹੋ ਗਿਆ, ਜਾਣ ਦਾ ਕੰਮ ਸਾਰੇ ਹੋ ਗਏ, ਹੁਣ ਤੁਹਾਡੀ ਮਰਜ਼ੀ ਹੈ, ਇੱਥੇ ਸਦਾ ਰਹਿਣਾ ਤੇ ਸਦਾ ਰਹਿ ਸਕਦੇ ਹੋ, ਜਾਣਾ ਤੇ ਉਹ ਤੁਹਾਡੀ ਮੌਜ ਆ। ਕਹੋ ਸਤਨਾਮ, ਖੁੱਲੀ ਛੁੱਟੀ ਆ। ਇਹ ਆਪਾਂ ਸਰਵਣ ਕੀਤਾ ਪਿੱਛੇ। ਤਾਂ ਗੁਰੂ ਮੇਰਾ ਕਿਤੇ ਨਹੀਂ ਗਿਆ ਗਾ, ਇੱਥੇ ਵਿਚਰ ਰਿਹਾ ਹੈ। ਤਾਂ ਮੇਰੇ ਪ੍ਰੀਤਮ ਜੀ ਕਹਿੰਦੇ ਹਨ, ਸਿੱਖੋ ਮੈਂ ਹਮੇਸ਼ਾ ਸਿੱਖਾਂ ਦੇ ਅੰਗ ਸੰਗ ਹਾਂ। ਜਿਹੜਾ ਮੈਨੂੰ ਉਪਜੈ ਪ੍ਰੇਮ ਭਾਉ ਮਨ ਜਾਕੈ, ਜਿਨ੍ਹਾਂ ਦੇ ਹਿਰਦੇ ਵਿੱਚ ਮੇਰੇ ਦਰਸ਼ਨਾਂ ਦਾ ਪ੍ਰੇਮ ਭਾਵ ਹੋਵੇ, ਅੰਗ ਸੰਗ ਸਤਿਗੁਰ ਹੈ, ਤਾਂ ਕਿ ਗੁਰੂ ਹਮੇਸ਼ਾ ਉਹਦੇ ਨਾਲ ਹੈ। ਸਤਨਾਮ ਸਿਮਰਨ ਕੋ ਦੀਨਾ, ਜਿਸ ਤੇ ਬਨੋ ਨਹੀਂ ਕਬ ਦੀਨਾ। ਇਸ ਕਰਕੇ ਤੁਸੀਂ ਨਿਮਾਣੇ ਨਾ ਹੋਵੋ। ਜਿਹੜਾ ਤੁਹਾਨੂੰ ਮੈਂ ਸਿਮਰਨ ਦਿੱਤਾ ਪਰਮੇਸ਼ਰ ਦਾ ਨਾਮ, ਸਤਨਾਮ ਸਿਮਰਨ ਜੋ ਦਿੱਤਾ ਤੁਹਾਨੂੰ, ਇਹਨੂੰ ਕਦੇ ਵੀ ਤਿਆਗਣਾ ਨਹੀਂ। ਪਹਿਲੇ ਦੀਨ ਦਾ ਮਤਲਬ ਹੈ ਤੁਹਾਨੂੰ ਦਿੱਤਾ, ਦੂਜੇ ਦੀਨ ਦਾ ਮਤਲਬ ਹੈ ਗਰੀਬੀ ਕੰਗਾਲੀ, ਭਾਵ ਸਿਮਰਨ ਛੱਡ ਕੇ ਗਰੀਬ ਕੰਗਾਲ ਨਹੀਂ ਹੋਣਾ। ਕਹੋ ਸਤਨਾਮ ਸ੍ਰੀ। ਭਾਵ ਜਿਹੜਾ ਮੈਂ ਤੁਹਾਨੂੰ ਸਿਮਰਨ ਦਿੱਤਾ ਹੈ, ਜਿਸ ਤੇ ਕਹੋ ਬਣੋ ਨਹੀਂ ਕਬੂ ਦੀਨ, ਜੇ ਸਿਮਰਨ ਕਰੋਗੇ ਤੁਸੀਂ ਰਾਜੇ ਰਹੋਗੇ। ਕਹੋ ਸਤਨਾਮ ਸ੍ਰੀ। ਤੁਸੀਂ ਕਦੇ ਨਿਮਾਣੇ ਨਹੀਂ ਹੋਵੋਗੇ, ਮੈਂ ਹਮੇਸ਼ਾ ਤੁਹਾਡੇ ਨਾਲ ਹਾਂ। ਧਰਾ ਰਾਜ ਹਿਤ ਸ਼ਾਸਤਰ ਕਹਾਈ, ਮਰੀ ਜੰਗ ਮੈਂ ਸੁਰਗ ਸਿਧਾਈ। ਔਰ ਧਰਤੀ ਤੇ ਰਾਜ ਕਰਨ ਦੇ ਵਾਸਤੇ ਸਾਨੂੰ ਸ਼ਾਸਤਰ ਦੀ ਲੋੜ ਹੈ, ਸ਼ਾਸਤਰ ਬਿਨਾਂ ਰਾਜ ਨਹੀਂ ਹੁੰਦਾ। ਤੇ ਜੇ ਇੱਥੇ ਕੋਈ ਗੁਰੂ ਕਾ ਸਿੰਘ ਸ਼ਾਸਤਰ ਦੀ ਗੱਲ ਕਰਦਾ ਤੇ ਦੁਨੀਆ ਕਹਿੰਦੀ ਹਾਏ ਹਾਏ, ਉਹਨੇ ਸ਼ਾਸਤਰ ਦੀ, ਕਿਰਪਾਨ ਦੀ, ਸ਼ਾਸਤਰ ਦੀ ਗੱਲ ਕਿਉਂ ਕੀਤੀ ਆ? ਸ਼ਾਸਤਰ ਬਿਨਾਂ ਗੱਲ ਹੀ ਨਹੀਂ ਬਣਦੀਗੀ।
ਸਰਕਾਰਾਂ ਨਵੇਂ ਸ਼ਾਸਤਰ ਖਰੀਦਦੀਆਂ, ਨਵੇਂ ਜਹਾਜ਼ ਖਰੀਦਦੀਆਂ, ਨਵੀਂ ਸਮੇਂ ਦੀ ਗੁਰੂ ਪਿਆਰੋ ਸ਼ਾਸਤਰ ਵਿਦਿਆ ਸਿਖਲਾਈ ਦਿੰਦੇ ਆ ਫੌਜਾਂ ਨੂੰ। ਕਿਉਂ? ਰਕਸ਼ਾ ਵਾਸਤੇ। ਤੇ ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ, ਬਿਨ ਕੇਸੰਗ ਬਿਨ ਸ਼ਾਸਤਰੰਗ ਨਰੰਗ ਭੇਡ ਜਾਨੋ। ਬੰਦਾ ਕੇਸਾਂ ਤੋਂ ਬਿਨਾਂ ਸ਼ਾਸਤਰਾਂ ਤੋਂ ਬਿਨਾਂ ਭੇਡ ਦੀ ਨਿਆਈ ਹੈ। ਕਹੋ ਕਾਨ ਤਾਹੇ ਗਹੋ ਕਾਨ ਤਾਹੇ ਕਿਤੇ ਲੈ ਸਧਾਨੋ। ਤੇ ਜਿਹਦੇ ਕੋਲੇ ਸ਼ਾਸਤਰ ਨਹੀਂ ਉਹਨੂੰ ਕੰਨ ਫੜ ਕੇ ਕੋਈ ਵੀ ਗੁਲਾਮ ਬਣਾ ਸਕਦਾ ਹੈ ਆਪਦਾ। ਕੋ ਸਤਨਾਮ। ਤਾਂ ਤੇ ਸਿੱਖੋ, ਮੈਂ ਤੁਹਾਨੂੰ ਇਸ ਧਰਤੀ ਦਾ ਰਾਜ ਦਿੱਤਾ ਹੈ ਤੇ ਰਾਜ ਵਾਸਤੇ ਸ਼ਾਸਤਰ ਦਿੱਤਾ ਹੈ ਤੇ ਕਦੇ ਵੀ ਸ਼ਾਸਤਰ ਨਹੀਂ ਤਿਆਗਣਾ। ਜੰਗ ਦੇ ਵਿੱਚ ਲੜਦੇ ਹੋਏ ਸ਼ਹੀਦ ਵੀ ਹੋ ਜਾਓਗੇ ਤਾਂ ਮੇਰੇ ਕੋਲੇ ਆਓਗੇ। ਦੇਵੀ ਮਾਤ ਅੰਕ ਮੇ ਪਾਈ ਸਕਲ ਅਕਾਲ ਪੁਰਖ ਲੜ ਲਾਏ। ਮੈਂ ਤੁਹਾਨੂੰ ਅਕਾਲ ਪੁਰਖ ਦੇ ਲੜ ਲਾਇਆ ਹੈ। ਤੇ ਦੇਵੀ ਮਾਤ ਦੇ ਦੋ ਅਰਥ ਹੈ, ਇੱਕ ਤਾਂ ਮਾਤਾ ਸਾਹਿਬ ਦੇਵਾਂ ਦੇ ਗੋਦ ਪਾਇਆ ਖਾਲਸਾ ਪੰਥ ਨੂੰ, ਤੇ ਦੂਸਰਾ ਦੇਵੀ ਮਾਤ ਅਕਾਲ ਪੁਰਖ ਨੂੰ ਵੀ ਕਹਿੰਦੇ ਆ। ਅਕਾਲ ਪੁਰਖ ਲਿੰਗ ਪਲਿੰਗ ਵਿੱਚ ਨਹੀਂ ਆਉਂਦਾਗਾ। ਕੋ ਸਤਨਾਮ। ਅਕਾਲ ਪੁਰਖ ਜੋ ਹੈ, ਪਰਮੇਸ਼ਰ ਜੋ ਹੈ, ਉਹ ਪੁਰਸ਼ ਇਸਤਰੀ ਵਿੱਚ ਨਹੀਂ ਆਉਂਦਾਗਾ, ਲਿੰਗ ਪਲਿੰਗ ਵਿੱਚ ਨਹੀਂ ਆਉਂਦਾਗਾ। ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸੁਆਮੀ ਪਰਮੇਸ਼ਰ। ਹੁਣ ਗੁਰਦੇਵ ਜੀ ਮਾਤਾ ਹੈ ਤੇ ਫਿਰ ਤੁਹਾਡੇ ਹਿਸਾਬ ਨਾਲ ਇਸਤਰੀ ਆ, ਪਰ ਨਹੀਂ। ਜਿਹੜਾ ਗੁਰੂ ਪਰਮੇਸ਼ਰ ਹੈ ਉਹ ਸਾਡੀ ਮਾਂ ਵਾਂਗੂ ਵੀ ਰਕਸ਼ਾ ਕਰਦਾ, ਪਿਓ ਵਾਂਗੂ ਵੀ ਕਰਦਾ, ਭਰਾਵਾਂ ਵਰਗਾ ਪਿਆਰ ਵੀ ਦਿੰਦਾ, ਦੋਸਤਾਂ ਮਿੱਤਰਾਂ ਵਰਗੀ ਦੋਸਤੀ ਵੀ ਨਿਭਾਉਂਦਾ ਹੈ। ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸੁਆਮੀ। ਗੁਰਦੇਵ ਸਾਡਾ ਗੁਰੂ ਉਸਤਾਦ ਵੀ ਬਣ ਕੇ ਆਇਆ ਪਰਮੇਸ਼ਰ, ਗੁਰੂ ਨਾਨਕ ਦਾ ਰੂਪ ਧਾਰ ਕੇ, ਗੁਰੂ ਗੋਬਿੰਦ ਸਿੰਘ ਦਾ ਰੂਪ ਧਾਰ ਕੇ। ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸੁਆਮੀ ਪਰਮੇਸ਼ਰਾ। ਗੁਰਦੇਵ ਸਖਾ ਮਿੱਤਰ, ਗੁਰਦੇਵ ਸਖਾ ਅਗਿਆਨ ਭੰਜਨ, ਸਾਨੂੰ ਮਾਰਗਦਰਸ਼ਨ ਕਰਨ ਵਾਲਾ ਸਾਡਾ ਗੁਰੂ ਗਿਆਨ ਦਾ ਦਾਤਾ। ਗੁਰਦੇਵ ਬੰਧ ਸਾਡਾ ਸਖਾ ਸੰਬੰਧੀ। ਪਾਤਸ਼ਾਹ ਜੀ ਕਹਿੰਦੇ, ਸੋ ਸਿੱਖ ਸਖਾ ਬੰਧ ਪਹਿ ਭਾਈ। ਜੇ ਗੁਰ ਕੇ ਭਾਣੇ ਵਿੱਚ ਆਵੇ, ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੇ। ਸਾਡਾ ਸਖਾ ਸੰਬੰਧੀ ਮਿੱਤਰ ਉਹ ਹੈ ਜਿਹੜਾ ਸਾਡੇ ਗੁਰੂ ਦੀ ਗੱਲ ਮੰਨਦਾ। ਕੋ ਸਤਨਾਮ। ਉਹ ਭਾਵੇਂ ਰਿਸ਼ਤੇਦਾਰ ਹੈ, ਭਾਵੇਂ ਬਾਹਰਲਾ ਬੰਦਾ ਹੈ, ਤੇ ਭਾਵੇਂ ਕੋਈ ਹੋਰ ਹੈ, ਉੱਥੇ ਸਕੇ ਵੀ ਸਕੇ ਨਹੀਂ ਜੇ ਗੁਰੂ ਦੇ ਹੁਕਮ ਤੋਂ ਬਾਹਰ ਚੱਲਦੇ ਆ। ਕੋ ਸਤਨਾਮ। ਇਸ ਕਰਕੇ ਗੁਰਦੇਵ ਬੰਧ ਪਸਹੋਦਰਾ, ਗੁਰਦੇਵ ਸਖਾ ਗਿਆਨ ਪੰਜਪ। ਗੁਰਦੇਵ ਬੰਧ ਪਸਹੋਦਰਾ, ਸਹੋਦਰ ਹੁੰਦਾ ਭਰਾ, ਛੋਟਾ ਜਾਂ ਵੱਡਾ। ਕੋ ਸਤਨਾਮ। ਤੋ ਗੁਰਦੇਵ ਜਿਹੜਾ ਹੈ ਸਾਡੇ ਭਰਾ ਦੀ ਨਿਆਈ ਸਾਡੀ ਨਾਲ ਰਹਿੰਦਾ ਹੈ। ਇਸ ਕਰਕੇ ਗੁਰੂ ਸਾਹਿਬ ਕਹਿੰਦੇ, ਤੁਹਾਨੂੰ ਮੈਂ ਮਾਤਾ ਸਾਹਿਬ ਦੇਵਾਂ ਦੇ ਗੋਦ ਪਾਇਆ ਤੇ ਅਕਾਲ ਪੁਰਖ ਦੇ ਲੜ ਲਾਇਆ। ਮੈਂ ਤੁਹਾਨੂੰ ਸਰੀਰਾਂ ਦੇ ਲੜ ਨਹੀਂ ਲਾਇਆ। ਤੁਸੀਂ ਮੇਰੇ ਸਰੀਰ ਨਾਲ ਨਹੀਂ ਜੁੜਨਾ। ਵੇਦ ਸ਼ਾਸਤਰ ਤੇ ਸਾਰ ਵਿਕਾਸਾ, ਨਿਜ ਬਾਣੀ ਮੇ ਗੁਰਨ ਪ੍ਰਕਾਸ਼ਾ। ਜਿਹੜੀ ਧੰਨ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਲੈ ਕੇ 10 ਜਾਮਿਆਂ ਤੱਕ ਗੁਰਬਾਣੀ ਦੀ ਰਚਨਾ ਕੀਤੀ ਆ, ਇਹ ਧੁਰ ਕੀ ਬਾਣੀ ਹੈ। ਧੁਰ ਕੀ ਬਾਣੀ ਆਈ ਤਿਨ ਸਕਲੀ ਚਿੰਤ ਮਿਟਾਈ। ਇਹਦੇ ਵਿੱਚ ਹਰ ਤਰ੍ਹਾਂ ਦਾ ਤੱਤ ਨਿਚੋੜ ਕੱਢ ਕੇ ਮੈਂ ਜ਼ਿੰਦਗੀ ਦਾ ਰੱਖ ਦਿੱਤਾ ਹੈ। ਇਸ ਬਾਣੀ ਨਾਲ ਜੁੜਨਾ ਕਰੋ। ਸੁਨੋ ਉਪਦੇਸ਼ ਕਮਾਵੋ, ਗੁਰ ਕੇ ਲੋਕ ਨੇ ਸੰਸੀ ਜਾਓ। ਔਰ ਇਸ ਨੂੰ ਬਾਣੀ ਨੂੰ ਪੜੋ, ਸੁਣੋ ਤੇ ਉਪਦੇਸ਼ਾਂ ਨੂੰ, ਭਾਵ ਗੁਰਬਾਣੀ ਦੇ ਸ਼ਬਦਾਂ ਨੂੰ ਸਮਝ ਕਰਕੇ ਉਹਦੇ ਮੁਤਾਬਕ ਜ਼ਿੰਦਗੀ ਚਲਾਉਣੀ ਕਰੋ। ਨਿਸੰਸੇ, ਕੋਈ ਸ਼ੰਕਾ ਨਹੀਂ, ਕੋਈ ਚਿੰਤਾ ਨਹੀਂ ਹੈ, ਕੋਈ ਵੀ ਇਹਦੇ ਵਿੱਚ ਦੋ ਰਿਆ ਨਹੀਂ ਕਿ ਤੁਸੀਂ ਮੇਰੇ ਦੇਸ਼ ਤੋਂ ਦੂਰ ਚਲੇ ਜਾਓਗੇ, ਭਾਵ ਤੁਸੀਂ ਮੇਰੇ ਵਿੱਚ ਹੀ ਸਮਾਓਗੇ। ਕੀ ਗਤ ਐਸੇ ਹੀ ਹੋਤਾ, ਬਿਨ ਸਜਾਤ ਹੈ ਜਿਤਕ ਅਦੋਤ। ਬਾਕੀ ਸਰੀਰਾਂ ਦੀ ਗੱਲ ਛੱਡੋ, ਇਹ ਤਾਂ ਬਣਦੇ ਢਹਿੰਦੇ ਰਹਿੰਦੇ ਐ। ਇਹ ਤਾਂ ਸਰੀਰਾਂ ਦੀ ਗਤੀ ਐਸੀ ਹੈ, ਇਹ ਸਰੀਰ ਸਦਾ ਰਹਿਣ ਵਾਲੇ ਨਹੀਂ। ਇਹ ਬਿਨਸ ਜਾਂਦੇ ਹਨ ਤੇ ਬਣ ਜਾਂਦੇ ਹਨ। ਅਦੋਤ ਪੈਦਾ ਹੋ ਜਾਣਾ ਤੇ ਬਿਨਸਣਾ ਖਤਮ ਹੋ ਜਾਣਾ। ਇਹ ਤਾਂ ਬਣਦੇ ਢਹਿੰਦੇ ਰਹਿੰਦੇ ਐ। ਇਹ ਸਰੀਰਾਂ ਦਾ ਸੁਭਾਅ ਹੈ। ਆਪਾਂ ਸਰੀਰਾਂ ਨਾਲ ਨਹੀਂ ਜੁੜਨਾ ਜੀ। ਜਿਨਹੁ ਨਰੋ ਸਿਮਰਿਓ ਸਤਨਾਮੋ, ਆਤਮ ਗਿਆਨੀ ਥਿਰ ਨਿਜ ਧਾਮੋ। ਜਿਨ੍ਹਾਂ ਨੇ ਪਰਮੇਸ਼ਰ ਦੇ ਸੱਚੇ ਨਾਮ ਨੂੰ ਸਿਮਰਨਾ ਕੀਤਾ, ਉਹਨਾਂ ਨੂੰ ਆਤਮ ਗਿਆਨ ਹੋ ਗਿਆ ਤੇ ਉਹ ਆਪਣੇ ਨਿਜ ਧਾਮ ਪਰਮੇਸ਼ਰ ਦੇ ਵਿੱਚ ਮਿਲ ਗਏ, ਜਿੱਥੋਂ ਪਤਾ ਨਹੀਂ ਕਿੰਨੇ ਚਿਰ ਦੇ ਅਸੀਂ ਨਿਕਲੇ ਹੋਏ ਆ। ਪ੍ਰੀਤਮ ਦਾ ਬਚਨ ਹੈ ਬਾਣੀ ਵਿੱਚ, ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬਿਰਖ ਜੋਇਓ, ਮਿਲ ਜਗਦੀਸ਼ ਮਿਲਨ ਕੀ ਬਰੀਆ, ਚਰੰਕਾਲ ਦੇ ਸੰਜਰੀਆ। ਬੜੇ ਲੰਬੇ ਸਮੇਂ ਬਾਅਦ ਸਾਨੂੰ ਮਾਨਸ ਜਾਮਾ ਮਿਲਿਆ ਹੈ ਤੇ ਇਹ ਪਰਮੇਸ਼ਰ ਨੂੰ ਮਿਲਣ ਵਾਸਤੇ ਹੈ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ, ਸਤਨਾਮ ਦਾ ਜਾਪ ਕਰੋ, ਤੁਸੀਂ ਮੇਰੇ ਵਿੱਚ ਸਮਾਓਗੇ।
ਜਿਨੋ ਆਪਣਾ ਜਨਮ ਸੁਧਾਰਾ ਪਰਿਵਾਰ ਜਗ ਪਾਰਾ ਵਾਰਾ। ਔਰ ਜਿਨ੍ਹਾਂ ਨੇ ਸਤਨਾਮ ਦਾ ਜਾਪ ਕੀਤਾ ਆਪਣਾ ਮਨੁੱਖਾ ਜੀਵਨ ਦਾ ਲਾਹਾ ਖੱਟ ਲਿਆ, ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ, ਸੱਚੀ ਦਰਗਹਿ ਜਾਏ ਸੱਚਾ ਪਿੰਡ ਮੱਲਿਆ, ਉਹਨਾਂ ਨੇ ਆਪਣਾ ਜਨਮ ਸੁਧਾਰ ਲਿਆ। ਪਰੇ ਪਾਰ ਜਗ ਪਾਰਾ ਵਾਰਾ, ਸੰਸਾਰ ਸਮੁੰਦਰ ਤੋਂ ਪਾਰ ਹੋ ਗਏ ਜੀ। ਬਹੁ ਨ ਜਨਮ ਮਰਨ ਮੇ ਆਏ ਸਤ ਚੇਤਨ ਆਨੰਦ ਸਮਾਏ। ਫੇਰ ਉਹ ਜੰਮਣ ਮਰਨ ਦੇ ਚੱਕਰਾਂ ਵਿੱਚ ਨਹੀਂ ਆਉਂਦੇ, ਸਤ ਚੇਤਨ ਆਨੰਦ ਸਰੂਪ ਦੇ ਵਿੱਚ ਸਮਾ ਜਾਂਦੇ ਹਨ। ਇਉਂ ਸਤਿਗੁਰਾਂ ਨੇ ਸਿੱਖਾਂ ਨੂੰ ਸਾਹਮਣੇ ਬਿਠਾ ਕਰਕੇ ਕਈ ਦਿਨ ਉਪਦੇਸ਼ ਬਖਸ਼ਿਸ਼ ਕੀਤੇ, ਬ੍ਰਹਮ ਗਿਆਨ ਦਿੱਤਾ ਹੈ। ਫਿਰ ਅਗਲਾ ਦਿਨ ਚੜ੍ਹਿਆ ਵੀਰਵਾਰ ਦਾ, ਪੰਚਮੀ ਦਾ ਦਿਹਾੜਾ ਸੀ ਦੋਹਰਾ। ਵੀਰਵਾਰ ਤਿਥ ਪੰਚਮੀ ਕਾਤਕ ਸੁਦੀ ਸੁਜਾਨਾ। ਤਾਂ ਕੱਤੇ ਦੀ ਸੁਦੀ, ਸੁਦੀ ਤੇ ਵਧੀ, ਸੁਦੀ ਤੇ ਵਧੀ ਦਾ ਮਤਲਬ ਕੀ ਹੈ? ਦੇਸੀ ਮਹੀਨਾ 30 ਦਿਨਾਂ ਦਾ ਪਹਿਲੇ 15 ਦਿਨ ਸੁਦੀ ਦੇ ਹੁੰਦੇ ਆ, ਪਿਛਲੇ 15 ਦਿਨ ਵਧੀ ਦੇ ਹੁੰਦੇ ਆ। ਭਾਵ ਕੱਤਕ ਦਾ ਪਹਿਲਾ ਪੱਖ ਹੈ ਜਿਹੜਾ 15ਵਾੜਾ ਪਹਿਲਾ, ਇਸ ਪਹਿਲੇ 15ਵਾੜੇ ਦੀ ਪੰਜਵੀਂ ਤਿਥ ਹੈ। ਭਈ ਪ੍ਰਭਾਤ ਆਨੰਦ ਚਿਤ ਸ਼੍ਰੀ ਮੁਖ ਕਮਲ ਸਮਾਨ। ਔਰ ਅੰਮ੍ਰਿਤ ਵੇਲਾ ਹੋਇਆ ਵੀਰਵਾਰ ਦਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪਵਿੱਤਰ ਮੁਖੜਾ ਆਨੰਦ ਵਿੱਚ ਕਮਲ ਦੀ ਨਿਆਈ ਖਿੜਿਆ ਹੋਇਆ ਹੈ ਜੀ। ਚੌਪਈ ਗਿਰਾ ਸੁਗੰਧ ਲੈਨ ਕੀ ਕਾਰਨ ਬਿਰੇ ਚਾਹੇ ਨਰ ਮਤਬ ਹਜ਼ਾਰਨ। ਔਰ ਮੇਰੇ ਪ੍ਰੀਤਮ ਜੀ ਆ ਕੇ ਵਿਰਾਜਮਾਨ ਹੋਏ, ਕਮਲ ਦੇ ਫੁੱਲ ਦੀ ਨਿਆਈ ਖਿੜੇ ਹੋਏ ਆ, ਤੇ ਸਿੰਘ ਜਿਹੜੇ ਭੌਰਿਆਂ ਦੀ ਨਿਆਈ ਖੁਸ਼ਬੂ ਰੂਪੀ ਬਚਨਾਂ ਨੂੰ ਲੈਣ ਆ ਗਏ ਹਨ। ਭਾਵ ਗੁਰੂ ਸਾਹਿਬ ਦੇ 4 ਛਪੇਰੇ, ਕਿਉਂਕਿ ਸਿੰਘਾਂ ਨੂੰ ਪਤਾ ਜਿਹੜੀ ਸਿੱਖ ਸੰਗਤ ਉੱਥੇ ਆ ਉਸ ਵੇਲੇ ਉਹਨਾਂ ਨੂੰ ਪਤਾ ਵੀ ਆਹ ਦਰਸ਼ਨ ਫੇਰ ਨਹੀਂ ਹੋਣਗੇ। ਕਰ ਲਓ ਖੁੱਲੇ ਰੱਜ ਕੇ ਦਰਸ਼ਨ ਜਿੰਨਾ ਚਿਰ ਹੋ ਸਕਦੇ ਆ, ਫਿਰ ਪਤਾ ਨਹੀਂ ਗੁਰੂ ਪਾਤਸ਼ਾਹ ਕਿੱਧਰ ਜਾਣਗੇ ਅਲੋਪ ਹੋ ਕੇ ਸਾਡੇ ਕੋਲੋਂ। ਇਸ ਕਰਕੇ ਗੁਰੂ ਪਿਆਰਿਓ, ਅੰਮ੍ਰਿਤ ਵੇਲੇ ਗਿਰਾ ਸੁਗੰਧ, ਗਿਰਾ ਹੁੰਦੇ ਆ ਬਚਨ, ਸਤਿਗੁਰਾਂ ਦੇ ਬਚਨਾਂ ਦੀ ਖੁਸ਼ਬੂ ਲੈਣ ਵਾਸਤੇ ਸਿੱਖ ਭੌਰੇ ਸਤਿਗੁਰਾਂ ਦੇ ਆਸੇ ਪਾਸੇ ਇਕੱਠੇ ਹੋ ਗਏ ਜੀ। ਜਗੇ ਵੇਖੇ ਸੁਣ ਸੁਣ ਗਨ ਗਏ ਆਪਰਨ ਸੰਗ ਜਨਾਵਤ ਭਈ। ਔਰ ਜਿਵੇਂ ਜਿਵੇਂ ਗੱਲ ਦੁਨੀਆ ਵਿੱਚ ਫੈਲ ਗਈ, ਨੰਦੇੜ ਸਾਹਿਬ ਤੋਂ ਜਦੋਂ ਗੁਰੂ ਪਿਆਰੋ ਪਠਾਨ ਪੁੱਤਰ ਕੋਲੋਂ ਖੰਜਰ ਖਾਧਾ ਸਤਿਗੁਰ ਨੇ, ਉਦੋਂ ਬਾਅਦ ਇਹ ਗੱਲ ਫੈਲ ਗਈ ਕਿ ਗੁਰੂ ਸਾਹਿਬ ਦੇ ਬੱਖੀ ਵਿੱਚ ਖੰਜਰ ਮਾਰਿਆ ਪਠਾਨ ਨੇ। ਪਾਤਸ਼ਾਹ ਤਾਂ ਲੱਖਾਂ ਦੀ ਗਿਣਤੀ ਦੀਆਂ ਫੌਜਾਂ ਵਿੱਚੋਂ ਨਹੀਂ ਨੇੜੇ ਲੱਗਣ ਦਿੱਤਾ। ਇਹ ਉਹਨਾਂ ਦੀ ਆਪਣੀ ਹੀ ਮੌਤ ਸੀ। ਹੀਲੇ ਰਿਕ ਬਹਾਨੇ ਮੌਤ ਅਲੋਪ ਹੋਣ ਦਾ ਬਹਾਨਾ ਬਣਾਇਆ ਉਹਨਾਂ ਨੇ। ਗਏ ਕਿਤੇ ਵੀ ਨਹੀਂ, ਮੈਂ ਬਾਰ-ਬਾਰ ਫਿਰ ਕਹਿਣਾ, ਉਹ ਇੱਥੇ ਵਿਰਾਜਮਾਨ ਹੈ। ਤਾਂ ਗੁਰੂ ਪਿਆਰਿਓ ਕਹਿਣ ਲੱਗੇ, ਇਹ ਗੱਲ ਸੰਸਾਰ ਦੇ ਵਿੱਚ ਜਦੋਂ ਫੈਲ ਗਈ, ਕੋਈ ਚਿੰਤਾ ਕਰਕੇ, ਕੋਈ ਦਰਸ਼ਨਾਂ ਲਈ, ਕੋਈ ਪਤਾ ਲੈਣ ਲਈ ਸ੍ਰੀ ਹਜੂਰ ਸਾਹਿਬ ਨਾਂਦੇੜ ਵਿਖੇ ਸੰਗਤ ਬਹੁਤ ਇਕੱਤਰ ਹੋ ਗਈ ਆ। ਜੈਤੇ ਸੁਧ ਪਹੁੰਚੇ ਗੁਰ ਕੇਰੀ ਮਹਿਮਾ ਭਗਤ ਬੜੋ ਵਡੇਰੀ। ਔਰ ਜਿੱਥੇ ਜਿੱਥੇ ਸਤਿਗੁਰਾਂ ਦੇ ਅਲੋਪ ਹੋਣ ਦੀ ਖਬਰ ਜਾਂਦੀ ਹੈ ਗੁਰੂ ਪਿਆਰਿਓ, ਉੱਥੇ ਉੱਥੇ ਗੁਰੂ ਜੀ ਦੀ ਬੜੀ ਮਹਿਮਾ ਹੋ ਰਹੀ ਹੈ। ਦਸਮ ਗੁਰੂ ਸੋਢੀ ਸੁਲਤਾਨ ਸ਼੍ਰੀ ਗੋਬਿੰਦ ਸਿੰਘ ਬਿਦਤ ਜਹਾਨ। ਦਸਵੇਂ ਗੁਰੂ, ਦਸਵੇਂ ਪਾਤਸ਼ਾਹ ਸੋਢੀ ਸੁਲਤਾਨ, ਰਾਜਿਆਂ ਦੇ ਰਾਜੇ, ਨਮੋ ਸਰਬ ਰਾਜੇ ਨਮੋ ਸਰਬ ਕਾਜੇ। ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜੋ ਦੁਨੀਆ ਵਿੱਚ ਬਿਦਤ ਪ੍ਰਗਟ ਹਨ, ਆਲ ਵਰਲਡ ਦੇ ਵਿੱਚ ਪਤਾ ਹੈ ਕਿ ਦਸਵੇਂ ਗੁਰੂ ਗੋਬਿੰਦ ਸਿੰਘ ਸਿੱਖਾਂ ਦੇ ਗੁਰੂ ਦਸਵੇਂ ਹਨ। ਬੈਰੀ ਬਨ ਕੋ ਬਨ ਵਿਸਾਲਾ ਵੀਰਨ ਵਿੱਚ ਬੜੇ ਬਲਵਾਲਾ। ਤੋ ਬੈਰੀ ਬਨ ਕੋ ਬਨ ਵਿਸਾਲਾ, ਵਣ ਹੁੰਦਾ ਜੰਗਲ, ਤੇ ਜੰਗਲ ਜਿਹੜਾ ਹੁੰਦਾ ਹੈ ਉਸ ਨੂੰ ਅੱਗ ਸਾੜ ਦਿੰਦੀ ਹੈ। ਇਸੇ ਤਰ੍ਹਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜ਼ੁਲਮ ਕਰਨ ਵਾਲੇ ਦੁਸ਼ਮਣਾਂ ਦਾ ਨਾਸ਼ ਕਰਨ ਲਈ ਜੰਗਲ ਦੀ ਅੱਗ ਦੀ ਤਰ੍ਹਾਂ ਹਨ। ਸਿੱਖਾਂ ਦੇ ਵਾਸਤੇ ਪਿਆਰ ਵਾਲੇ ਤੇ ਦੁਸ਼ਮਣ ਵਾਸਤੇ ਕਿਰਪਾ ਕਟਾਖ ਅਵਲੋਕਨ ਕੀਨੋ। ਦਾਸ ਕਾ ਦੁੱਖ ਵਿਦਾਰਿਓ, ਕਿਰਪਾ ਦ੍ਰਿਸ਼ਟੀ ਪਾ ਕੇ ਸਿੱਖਾਂ ਦੇ ਦੁੱਖਾਂ ਨੂੰ ਦੂਰ ਕਰਦੇ ਆ। ਤੇ ਨਦਰ ਪੱਠੀ ਜੇ ਕਰੇ ਸੁਲਤਾਨਾ ਘਾਓ ਕਰਾਇੰਦਾ, ਵੱਡੇ ਵੱਡੇ ਰਾਜਿਆਂ ਦਾ ਖਾਤਮਾ ਕਰਤਾ। ਜਿਹੜੇ ਵੱਡੇ ਵੱਡੇ ਗੁਰੂ ਪਿਆਰਿਓ ਪੈਂਦੇ ਖਾਨ ਵਰਗੇ ਤੇ ਹੋਰ ਜਿਹੜੇ ਕਹਿੰਦੇ ਸਾਨੂੰ ਕੋਈ ਮਾਰ ਹੀ ਨਹੀਂ ਸਕਦਾਗਾ, ਆਪਣੇ ਆਪ ਨੂੰ ਲੋਹੇ ਦੇ ਕਵਚ ਨਾਲ ਢੱਕਿਆ ਹੋਇਆ ਸੀਗਾ, ਕਹਿੰਦਾ ਸੀ ਮੇਰਾ ਕੋਈ ਥਾਂ ਹੀ ਖਾਲੀ ਨਹੀਂ, ਮੇਰੇ ਕਿੱਥੇ ਸ਼ਸਤਰ ਮਾਰੇਗਾ। ਤੇ ਉਸ ਦੇ ਵੀ ਕੰਨ ਕੋਲੇ ਐਸਾ ਤੀਰ ਮਾਰਿਆ, ਇਧਰੋਂ ਵੱਜਿਆ ਦੂਜੇ ਪਾਸੇ ਪਾਰ ਨਿਕਲ ਗਿਆ ਤੇ ਦਾੜ ਦੇਣੇ ਘੋੜੇ ਤੋਂ ਡਿੱਗ ਪਿਆ। ਐਸੇ ਐਸੇ ਰਾਜੇ ਸਤਿਗੁਰਾਂ ਨੇ ਢੇਰ ਕੀਤੇ ਹਨ। ਇਸ ਕਰਕੇ ਦੁਸ਼ਮਣ ਵਾਸਤੇ ਜੰਗਲ ਦੀ ਅੱਗ ਦੀ ਨਿਆਈ ਵੀਰਨ ਵੀਰ
ਵੱਡੇ ਬਲਵਾਨਾਂ ਯੋਧਿਆਂ ਵਿੱਚੋਂ ਵੱਡੇ ਯੋਧੇ ਤਾਕਤ ਵਾਲੇ। ਡਰੇ ਅਸੰਖ ਸੰਗ ਕਨ ਸ਼ਿਆਮੋ ਤਮ ਅਤਿਰਥੀ ਪਿਓ ਇਨ ਨਾਮੋ। ਜਿਵੇਂ ਕ੍ਰਿਸ਼ਨ ਜੀ ਨੇ ਗੁਰੂ ਪਿਆਰਿਓ ਅਸੰਖਾਂ ਦੀ ਲੱਖਾਂ ਦੀ ਜੰਗ ਦੇ ਵਿੱਚ ਜਾ ਕੇ ਲੜਨਾ ਕੀਤਾ ਸੀ, ਉਸੇ ਤਰ੍ਹਾਂ ਹੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਭਾਈ ਸਾਹਿਬ ਜੀ ਕਹਿੰਦੇ ਸੰਸਾਰ ਦੇ ਵਿੱਚ ਆ ਕੇ ਉਹਨਾਂ ਅਸੰਖਾਂ ਹੀ ਗਿਣਤੀ ਤੋਂ ਬਾਹਰ, ਜਦੋਂ ਗਿਣਤੀ ਤੋਂ ਬਾਹਰ ਗੱਲ ਟੱਪ ਜੇ ਨਾ, ਉਦੋਂ ਸੰਖ ਦੇ ਮੂਹਰੇ ਆੜਾ ਲਾ ਦਿੱਤਾ। ਜਿਹੜੀ ਗਿਣਤੀ ਹੈ ਨਾ, ਅਸੀਂ ਲੱਖ ਹਜ਼ਾਰ ਕਰੋੜ ਅਰਬ ਖਰਬ ਤੱਕ ਜਾਣਦੇ ਹਾਂ, ਪਰ ਅੱਗੇ ਵੀ ਗਿਣਤੀ ਹੈ। ਤੇ ਅੱਗੇ ਕੀ ਹੈ? ਕਰੋੜ ਦੈ ਕਰੋੜ, ਅਰਬ ਦੈ ਅਰਬ, ਖਰਬ ਦੈ ਖਰਬ, ਫਿਰ ਨੀਲ, ਫਿਰ ਪਦਮ ਤੇ ਫਿਰ ਸੰਖ। ਸੰਖ ਦੇ ਜਾ ਕੇ ਗਿਣਤੀ ਮੁੱਕ ਜਾਂਦੀ ਹੈ, ਪਰ ਗੁਰੂਆਂ ਨੇ ਗਿਣਤੀ ਤੋਂ ਬਾਹਰ ਦੀ ਗੱਲ ਕਰਨੀ ਸੀ ਤਾਂ ਤੇ ਗੁਰੂਆਂ ਨੇ ਸੰਖ ਦੇ ਮੂਹਰੇ ਆਲਾ ਲਾ ਦਿੱਤਾ। ਅਸੰਖ ਨਾਭ ਅਸੰਖ ਥਾਵ ਅਗਾਮੇ ਅਗਾਮੇ ਅਸੰਖ ਲੋ। ਇਸ ਕਰਕੇ ਇੱਥੇ ਅਸੰਖ ਦਾ ਮਤਲਬ ਹੈ ਬੇਅੰਤ ਫੌਜਾਂ ਦੇ ਨਾਲ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਲੜਦੇ ਰਹੇ ਔਰ ਇਹਨਾਂ ਦਾ ਖਾਤਮਾ ਕੀਤਾ ਹੈ ਜੀ। ਏਤਕ ਦਿਵਸ ਸੁਧ ਪ੍ਰਥਮ ਸੁਨਾਈ ਕਰੇ ਪਰਲੋਕ ਗਮਨ ਗਤ ਦਾਈ। ਔਰ ਕਈ ਦਿਨ ਪਹਿਲਾਂ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਦੱਸ ਦਿੱਤਾ ਹੈ ਬਈ ਹੁਣ ਅਸੀਂ ਜਾਣਾ ਸਿੱਖੋ, ਸਾਡਾ ਸਮਾਂ ਆ ਗਿਆ, ਸਾਡਾ ਸਮਾਂ ਸੰਪੂਰਨ ਹੋ ਗਿਆ। ਜਿੰਨਾ ਪਰਮੇਸ਼ਰ ਨੇ ਸਾਨੂੰ ਸਮਾਂ ਦਿੱਤਾ ਸੀਗਾ ਅਸੀਂ ਆਪਣਾ ਕਾਰਜ ਕਰਨਾ ਸੀ, ਉਹ ਕਰ ਦਿੱਤਾ ਹੈ। ਖਾਲਸਾ ਪੰਥ ਸਾਜਤਾ, ਖਾਲਸਾ ਫੌਜ ਬਣਾ ਦਿੱਤੀ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਪ੍ਰਕਾਸ਼ਵਾਨ ਕਰਕੇ ਔਰ ਸਿੱਖ ਸੰਗਤ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਦੇ ਲੜ ਲਾ ਦਿੱਤਾ। ਇਹ ਸ਼ਬਦ ਵਿੱਚੋਂ ਹੀ ਅਸੀਂ ਪੈਦਾ ਹੋਏ ਸੀ। ਬਸ ਪਿਛਲੇ ਸਮਿਆਂ ਵਿੱਚ ਭਗਤ ਤਾਂ ਹੋਏ, ਉਹਨਾਂ ਨੇ ਗਿਆਨ ਤਾਂ ਦਿੱਤਾ, ਪਰ ਲੋਕ ਸਰੀਰਾਂ ਨਾਲ ਜੁੜਦੇ ਰਹੇ। ਸ਼ਬਦ ਗਿਆਨ ਤਾਂ ਸ਼ਬਦ ਰਾਹੀਂ ਮਿਲਦਾ, ਸ਼ਬਦ ਨਾਲ ਹੀ ਜੁੜਨਾ, ਸ਼ਬਦ ਨੇ ਪਾਰ ਲਾਉਣਾ, ਸ਼ਬਦ ਵਿੱਚੋਂ ਆਪਾਂ ਨਿਕਲੇ ਆ, ਸ਼ਬਦ ਵਿੱਚ ਹੀ ਜਾ ਕੇ ਸਮਾਉਣਾ। ਸ਼ਬਦੇ ਧਰਤੀ ਸ਼ਬਦੇ ਆਕਾਸ਼, ਸ਼ਬਦ ਸ਼ਬਦ ਭਇਆ ਪ੍ਰਕਾਸ਼, ਸਗਲ ਸਮਗਰੀ ਸ਼ਬਦ ਕੈ ਪਾਛੈ, ਨਾਨਕ ਸ਼ਬਦ ਘਟੈ ਘਟਿ ਆਛੈ। ਸ਼ਬਦ ਕੋ ਚੀਨ ਭਾਈ ਸ਼ਬਦ ਕੋ ਖੋਜ ਭਾਈ, ਸ਼ਬਦ ਕੇ ਚਾਨਣੇ ਸ਼ਬਦ ਕੇ ਚਾਨਣੇ ਇੱਕ ਵਸਤ ਪਾਈ। ਸ਼ਬਦ ਨ ਜਾਣੇ ਸੇ ਅੰਨੇ ਬੋਲੇ, ਸੇ ਕਿਤੇ ਆਏ ਸੰਸਾਰਾ। ਸ਼ਬਦ ਗੁਰ ਪੀਰਾ ਗਹਿਰ ਗੰਭੀਰਾ, ਬਿਨ ਸ਼ਬਦੇ ਜਗ ਬੋਰਾਨੰ। ਸਿੱਖੋ ਸ਼ਬਦ ਪਿਆਰਿਓ ਜਨਮ ਮਰਨ ਕੀ ਟੇਕ, ਸ਼ਬਦ ਦੇ ਵਿੱਚੋਂ ਨਿਕਲੇ ਹਾਂ ਤੇ ਸ਼ਬਦ ਦੇ ਵਿੱਚ ਹੀ ਵਾਪਸ ਸਮਾਉਣਾ ਹੈ। ਕਿਹੜੇ ਸ਼ਬਦ ਵਿੱਚ? ਵਾਹਿਗੁਰੂ ਮੰਤਰ ਸਤਨਾਮ ਦਾ ਜਪ ਕਰਦੇ ਕਰਦੇ ਉਹਦੇ ਵਿੱਚ ਮਿਲਣਾ ਹੈ। ਤੇ ਸਤਿਗੁਰ ਨੇ ਸ਼ਬਦ ਗੁਰੂ ਨੂੰ ਵਿਰਾਜਮਾਨ ਦੁਨੀਆ ਵਿੱਚ ਸਦਾ ਸਦਾ ਨੇ ਕਰ ਦਿੱਤਾ। ਆਲ ਵਰਲਡ ਦੇ ਵਿੱਚ ਅੱਜ ਸਾਰੀ ਦੁਨੀਆ ਵਿੱਚ ਇਹ ਸ਼ਬਦ ਗੁਰੂ ਹਮੇਸ਼ਾ ਰਹੇਗਾ। ਨਵੇਂ ਬੱਚੇ ਆਉਂਦੇ ਰਹਿਣਗੇ, ਇਸ ਤੋਂ ਮਾਰਗ ਦਰਸ਼ਨ ਲੈ ਕੇ ਆਪਣਾ ਜੀਵਨ ਸੁਧਾਰ ਕਰਦੇ ਰਹਿਣਗੇ। ਇਸ ਕਰਕੇ ਪਾਤਸ਼ਾਹ ਜੀ ਨੇ ਕਈ ਦਿਨ ਪਹਿਲਾਂ ਹੀ ਸਿੱਖਾਂ ਨੂੰ ਦੱਸ ਦਿੱਤਾ ਹੈ ਕਿ ਹੁਣ ਸਾਡਾ ਸਮਾਂ ਆ ਗਿਆ ਹੈ ਜੀ। ਏਤਕ ਦਿਵਸ ਸੁਧ ਪ੍ਰਥਮ ਸੁਨਾਈ ਕਰੇ ਪਰਲੋਕ ਗਮਨ ਗਤ ਦਾਈ। ਔਰ ਕਈ ਦਿਨ ਪਹਿਲਾਂ ਸਤਿਗੁਰਾਂ ਨੇ ਸਿੱਖਾਂ ਨੂੰ ਇਹ ਦੱਸ ਦਿੱਤਾ ਹੈ ਕਿ ਹੁਣ ਅਸੀਂ ਪਰਲੋਕ ਗਮਨ ਕਰਾਂਗੇ। ਔਤ ਪੰਚਮੀ ਤਿਥ ਨਵਾਜ ਕਰਿਓ ਸਕੇਲਨ ਸਕਲ ਸਮਾਜ। ਔਰ ਅੱਜ ਉਹ ਸਮਾਂ ਪੁੱਜ ਗਿਆ, ਔਦ ਉਹ ਸਮਾਂ ਆ ਗਿਆ ਹੈ। ਪੰਜਵੀਂ ਦੀ ਤਿਥ ਹੈ ਔਰ ਸਾਰਾ ਸਮਾਜ ਭਾਵ ਸਮਾਨ ਵੀ ਇਕੱਠਾ ਕਰ ਲਿਆ ਹੈ ਔਰ ਦੂਸਰਾ ਸਮਾਜ ਭਾਵ ਸਿੱਖ ਸੰਗਤਾਂ ਵੀ ਇਕੱਤਰ ਹੋ ਗਈਆਂ। ਦਾਰ ਦਾਰ ਪਾਂਚੋ ਤਿੰਨ ਪਾਰ ਦਰਸੋ ਅਬ ਸੋਢੀ ਸਿਰ ਮੋਰ। ਹੁਣ ਆਸੇ ਪਾਸੇ ਇਲਾਕਿਆਂ ਵਿੱਚ ਗੱਲਾਂ ਹੁੰਦੀਆਂ ਬਈ ਜਲਦੀ ਚੱਲੋ, ਸਤਿਗੁਰਾਂ ਨੇ ਅਲੋਪ ਹੋ ਜਾਣਾ, ਮੁੜ ਕੇ ਦਰਸ਼ਨ ਨਹੀਂ ਹੋਣਗੇ। ਚਲੋ ਸੋਢੀਆਂ ਦੇ ਸਿਰਮੌਰ ਸਿਰਤਾਜ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰ ਲਈਏ। ਦੁਰਲਭ ਹੈ ਜਿਨ ਦਰਸ਼ਨ ਪਾਵਨ ਪਰਸੇ ਚਤਰ ਪਦਾਰਥ ਪਾਵਨ। ਜਿਨ੍ਹਾਂ ਦੇ ਦਰਸ਼ਨ ਬੜੇ ਦੁਰਲਭ ਹਨ, ਜਿਨ੍ਹਾਂ ਦੇ ਦਰਸ਼ਨਾਂ ਵਿੱਚੋਂ ਚਾਰੇ ਪਦਾਰਥ ਪ੍ਰਾਪਤ ਹੁੰਦੇ ਹਨ। ਤਾਈ ਤਾਈ ਅਸ ਕਹਿ ਕੇ ਆਏ ਚਾਹੁ ਔਰਤੇ ਨਰ ਸਮੁਦਾਏ। ਇਹੋ ਗੱਲ ਫੈਲ ਗਈ ਹੈ ਕਿ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਅਲੋਪ ਹੋ ਜਾਣਾ, ਦਰਸ਼ਨ ਫਿਰ ਨਹੀਂ ਹੋਣੇ। ਧਾਏ ਧਾਏ ਭੱਜ ਭੱਜ ਕੇ ਲੋਕ ਚਾਰ ਚੁਫੇਰਿਆਂ ਤੋਂ ਜਿਹਨੂੰ ਜਿਵੇਂ ਜਦੋਂ ਪਤਾ ਲੱਗਦਾ ਉਦੋਂ ਹੀ
ਨੰਦੇੜ ਸਾਹਿਬ ਹਜੂਰ ਸਾਹਿਬ ਵੱਲ ਭਜਿਆ ਜਾਂਦਾ ਹੈ ਜੀ। ਨਿਕਟ ਦੂਰ ਤੇ ਉਰ ਬਿਸਮਾਏ ਮਿਲੇ ਆਨ ਕਰ ਆਨੰਦ ਪਾਏ। ਕੋਈ ਨੇੜੇ ਦਾ ਕੋਈ ਦੂਰ ਦਾ, ਜਿਵੇਂ ਜਿਵੇਂ ਵੀ ਕਿਸੇ ਤੋਂ ਪਹੁੰਚਿਆ ਗਿਆ ਉੱਥੇ ਪਹੁੰਚਣ ਲੱਗੇ। ਜੋਗੀ ਜਤੇ ਪੁੰਜ ਬ੍ਰਹਮਚਾਰੀ ਬੈਰਾਗੀ ਬਹੁ ਭੇਖਣ ਧਾਰੀ। ਉਹ ਸਤਿਗੁਰ ਸਾਰਿਆਂ ਨੂੰ ਪਿਆਰ ਕਰਦੇ ਆ, ਸਤਿਗੁਰਾਂ ਨੂੰ ਵੀ ਸਾਰੇ ਪਿਆਰ ਕਰਦੇ ਆ। ਤਰ੍ਹਾਂ ਤਰ੍ਹਾਂ ਦੇ ਸਾਧੂਆਂ ਦੇ ਟੋਲੇ ਸਤਿਗੁਰਾਂ ਕੋਲੇ ਆਉਂਦੇ ਸੀ ਬ੍ਰਹਮ ਗਿਆਨ ਲੈਣ ਵਾਸਤੇ। ਜਦੋਂ ਸਤਿਗੁਰੂ ਅਮਰਦਾਸ ਮਹਾਰਾਜ ਜੀ ਗੁਰੂ ਬਣਨ ਤੋਂ ਬਾਅਦ ਗੁਰੂ ਪਿਆਰਿਓ ਗਏ ਗੰਗਾ ਤੇ ਦੁਆਰਾ, ਤੇ ਫਿਰ ਗੰਗਾ ਦੇ ਬ੍ਰਾਹਮਣਾਂ ਨੇ ਵੇਦਾਂ ਦੀ ਕਥਾ ਉਹਨਾਂ ਤੋਂ ਸੁਣੀ। ਮਹਾਰਾਜ ਗੁਰਬਾਣੀ ਕੀ ਕਹਿੰਦੀ ਹੈ, ਵੇਦਾਂ ਦੀ ਸਾਨੂੰ ਸਮਝ ਨਹੀਂ ਆਉਂਦੀ। ਤੇ ਪਾਤਸ਼ਾਹ ਨੇ ਦੱਸਿਆ ਇਹਦੇ ਬਾਰੇ ਵੀ, ਪਾਤਸ਼ਾਹ ਜੀ ਨੇ ਬਾਣੀ ਵਿੱਚ ਸ਼ਬਦ ਲਿਖਿਆ ਹੈ। ਜਿਸ ਵੇਲੇ ਸਤਿਗੁਰੂ ਪਾਤਸ਼ਾਹ ਗੁਰੂ ਬਣਨ ਤੋਂ ਬਾਅਦ ਦੁਬਾਰਾ ਗੰਗਾ ਤੇ ਗਏ ਤਾਰਨ ਵਾਸਤੇ, ਔਰ ਫਿਰ ਉੱਥੇ ਇੱਕ ਗੱਲ ਚੱਲੀ ਵੀ ਜਿਹੜਾ ਗੁਰੂ ਅਮਰਦਾਸ ਦੇ ਨਾਲ ਹੈ ਉਹਨੂੰ ਟੈਕਸ ਦੀ ਪਰਚੀ ਨਹੀਂ ਲਾਉਣੀ। ਉੱਥੇ ਟੈਕਸ ਲੱਗਦਾ ਸੀਗਾ, ਜਿਹੜਾ ਵੀ ਉੱਥੇ ਨਹਾਉਣ ਜਾਂਦਾ ਸੀਗਾ, ਦਰਸ਼ਨ ਕਰਨ ਜਾਂਦਾ ਸੀ ਨਾ, ਉਹਨਾਂ ਟੈਕਸ ਲੱਗਦਾ ਸੀਗਾ, ਪਰਚੀ ਕੱਟੀ ਜਾਂਦੀ ਸੀਗੀ। ਸਤਿਗੁਰੂ ਅਮਰਦਾਸ ਮਹਾਰਾਜ ਜੀ ਦੇ ਨਾਲ ਜਿਹੜੇ ਸਿੱਖ ਗਏ ਨੇ ਉਹਨਾਂ ਦੀ ਕੋਈ ਪਰਚੀ ਨਹੀਂ ਕੱਟਣੀ। ਹੁਣ ਉੱਥੇ ਜਿੰਨੇ ਵੀ ਯਾਤਰੀ ਉਹਨਾਂ ਦਿਨਾਂ 'ਚ ਆਏ ਸੀਗੇ ਉਹਨੂੰ ਪੁੱਛੇ ਮਿਲਿਆ ਵੀ ਪਰਚੀ, ਮੈਂ ਤਾਂ ਗੁਰੂ ਸਾਹਿਬ ਦੇ ਨਾਲ ਹਾਂ। ਸਭ ਭਾਗ ਸਤਿਗੁਰ ਪਿੱਛੇ ਪਈ, ਸਾਰੇ ਕਹਿੰਦੇ ਇਸ ਤਾਂ ਗੁਰੂ ਸਾਹਿਬ ਦੇ ਨਾਲ ਆ ਬਈ, ਤੇ ਕਿਸੇ ਦੀ ਟੈਕਸ ਦੀ ਪਰਚੀ ਉਹਨਾਂ ਦਿਨਾਂ ਵਿੱਚ ਨਹੀਂ ਕੱਟੀ ਗਈ। ਇਹ ਬਾਣੀ ਦੇ ਵਿੱਚ ਲਿਖਿਆ ਸਪੈਸ਼ਲ। ਤਾਂ ਖੈਰ ਮਨੋਵਿਰਤੀਆਂ ਉੱਥੇ ਰੱਖੀਏ। ਮੇਰੇ ਪ੍ਰੀਤਮ ਜੀ ਕਹਿੰਦੇ ਉੱਥੇ ਜੋਗੀ ਜਤੀ ਬ੍ਰਹਮਚਾਰੀ ਬੈਰਾਗੀ ਹੋਰ ਅਨੇਕਾਂ ਤਰ੍ਹਾਂ ਦੇ ਭੇਖਾਂ ਦੇ ਲੋਕ ਜਿਨ੍ਹਾਂ ਜਿਨ੍ਹਾਂ ਨੂੰ ਇਸ ਬਾਰੇ ਪਤਾ ਲੱਗਿਆ ਸਾਰੇ ਉੱਥੇ ਪਹੁੰਚਣ ਲੱਗੇ ਜੀ। ਹਿੰਦੂ ਤੁਰਕ ਸੁਨੇ ਜਬ ਜਿਸ ਕਿਸ ਉਤਨਾਵਤ ਆਵਤ ਗਨ ਸਭ ਦਿਸ਼। ਸਾਰੀਆਂ ਦਿਸ਼ਾਵਾਂ ਦੇ ਲੋਕ, ਕਿਆ ਮੁਸਲਮਾਨ ਕਿਆ ਹਿੰਦੂ, ਸਿੱਖਾਂ ਨੇ ਤਾਂ ਪਹੁੰਚਣਾ ਸੀਗਾ, ਇਹ ਸਾਰੇ ਪਹੁੰਚ ਰਹੇ ਹਨ ਭੱਜ ਕੇ। ਪੀਰ ਫਕੀਰ ਸਾਧ ਸਭ ਆਏ ਦਰਸੇ ਚੌਪ ਵਧਾਵਤ ਤਾਏ। ਪੀਰ ਫਕੀਰ ਸਾਧੂ ਜਨ ਹੋਰ ਅਨੇਕਾਂ ਤਰ੍ਹਾਂ ਦੇ ਗੁਰੂ ਪਿਆਰਿਓ ਜਿਨ੍ਹਾਂ ਨੂੰ ਪਤਾ ਲੱਗਦਾ ਉਹ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਪਹੁੰਚਣ ਲੱਗੇ ਜੀ। ਧੰਨ ਧੰਨ ਗੁਰ ਸਤਿਗੁਰ ਪੂਰੇ ਕਹੇ ਸਕਲੇ ਮਨ ਨਿਕਟ ਕੇ ਦੂਰੇ। ਔਰ ਸਾਰੇ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਦੇ ਹੈ। ਹੁਣ ਗੁਰੂ ਪਿਆਰਿਓ ਪੰਡਾਲ ਵੀ ਕਿੱਡਾ ਵੱਡਾ ਲੱਗਿਆ ਹੋਵੇਗਾ, ਕੋਈ ਦੂਰ ਬੈਠਾ ਕੋਈ ਨੇੜੇ ਬੈਠਾ, ਸਾਰੇ ਧੰਨ ਗੁਰੂ ਗੋਬਿੰਦ ਸਿੰਘ, ਧੰਨ ਗੁਰੂ ਗੋਬਿੰਦ ਸਿੰਘ ਜਪ ਰਹੇ ਹਨ, ਕਹਿ ਰਹੇ ਹਨ। ਸੋ ਦੇਸ਼ਨ ਤੇ ਮੇਲਾ ਪਿਓ ਸਤਿਗੁਰ ਸਭ ਕੋ ਦਰਸ਼ਨ ਦਿਓ। ਧੰਨ ਗੁਰੂ ਗੋਬਿੰਦ ਸਿੰਘ ਜੀ ਉੱਚੇ ਸਥਾਨ ਤੇ ਪੰਡਾਲ ਸਜੇ ਆ ਸਤਿਗੁਰਾਂ ਦਾ, ਸੰਗਤਾਂ ਨੀਵੇਂ ਹੋ ਕੇ ਚਾਰ ਚੁਫੇਰੇ ਬੈਠੀਆਂ ਹਨ ਤੇ ਦੂਰ ਤੱਕ ਬੈਠੇ ਸਾਰੇ ਦਰਸ਼ਨ ਕਰ ਰਹੇ ਹਨ। ਚਾਰ ਕਰੀ ਲਗ ਥਿਰੇ ਦੀਵਾਨਾ ਪੁਨ ਇਕੰਤ ਪੈ ਪ੍ਰਭੂ ਸੁਜਾਨਾ। ਤੂੰ ਸਵੇਰੇ 4 ਘੜੀਆਂ 2-2.5 ਘੰਟੇ ਪਾਤਸ਼ਾਹ ਜੀ ਨੇ 3 ਘੰਟੇ ਸੰਗਤਾਂ ਨੂੰ ਖੁੱਲੇ ਦਰਸ਼ਨ ਦਿੱਤੇ। ਫਿਰ ਕਹਿਣ ਲੱਗੇ ਲਓ ਵੀ ਥੋੜਾ ਇਕਾਂਤ ਦੀ ਲੋੜ ਹੈ ਸਾਨੂੰ। ਦੇਖ ਸਬਨ ਕੋ ਤਹਿ ਵਰਤਾਈ ਬਾਚਤ ਲੈ ਕਰ ਅਚ ਸਮਦਾਈ। ਔਰ ਫਿਰ ਭੋਗ ਪਾ ਦਿੱਤਾ ਸਵੇਰ ਦੇ ਸਮਾਗਮ ਦਾ, ਕੜਾ ਪ੍ਰਸ਼ਾਦ ਵਰਤਾਇਆ ਗਿਆ ਹੈ, ਸਭ ਨੇ ਛਕਣਾ ਕੀਤਾ ਹੈ ਜੀ। ਸ੍ਰੀ ਗੁਰ ਆਪਨੋ ਥਾਰ ਅਨਾਇਓ ਅਚਿਓ ਆਹਾਰ ਜਥਾ ਰੁਚ ਪਾਇਓ। ਔਰ ਪ੍ਰਸ਼ਾਦ ਤਿਆਰ ਹੋ ਗਿਆ। ਧੰਨ ਗੁਰੂ ਗੋਬਿੰਦ ਸਿੰਘ ਜੀ ਦਾ ਥਾਲ ਲਾ ਕੇ ਉਹਨਾਂ ਦੇ ਕੋਲ ਵੀ ਪਹੁੰਚਿਆ, ਉਹਨਾਂ ਨੇ ਵੀ ਲੋੜ ਮੁਤਾਬਕ ਭੋਜਨ ਪ੍ਰਸ਼ਾਦ ਆਦਿ ਛਕਣਾ ਕੀਤਾ ਹੈ ਜੀ। ਉਹਨੇ ਪਾਨਿਤ ਪਾਨ ਕਟੋਰਾ ਪਾਨ ਕਹਿਓ ਕੇ ਆਨਨ ਓਰਾ। ਫਿਰ ਜਲ ਵਾਲਾ ਕੌਲਾ ਜਲ ਵਾਲਾ ਕਟੋਰਾ ਸਤਿਗੁਰਾਂ ਨੇ ਆਪਣੇ ਪਵਿੱਤਰ ਹੱਥਾਂ ਵਿੱਚ ਫੜ ਕੇ ਛਕਣਾ ਕੀਤਾ ਹੈ। ਕੁਛ ਕਪਿਓ ਪਨ ਚੁਰਾ ਸੁਦਾਰਾ ਪਾਨ ਪਖਾਰੇ ਥਿਰੇ ਉਦਾਰਾ। ਕੁਝ ਛਕਿਆ ਚੂਲਾ ਕੀਤਾ ਹੈ, ਹੱਥ ਧੋਤੇ, ਹੱਥ ਸਾਫ਼ ਕੀਤੇ ਹਨ। ਕਿਤਕ ਸਮੇਂ ਪੌੜੇ ਬਿਰੰਕਾ ਸਾਗਰ ਸੋਢੀ ਬੰਸ ਬਿਅੰਕਾ। ਔਰ ਕੁਝ ਸਮਾਂ ਸਤਿਗੁਰੂ ਪਾਤਸ਼ਾਹ ਜੀ ਆਰਾਮ ਕਰਦੇ ਹਨ। ਕੋਸ਼ਿਸ਼ ਸਭ ਨਵੀਨ ਅਨਵਾਈ ਸ਼ੁਸ਼ਕ ਕਾਚ ਕਟਕੇ ਸੀ ਸੁਹਾਈ। ਅੰਕ ਕਹਿੰਦੇ ਆ ਅੰਗ ਨੂੰ ਸਰੀਰ ਤੇ। ਸਤਿਗੁਰੂ ਪਾਤਸ਼ਾਹ ਜੀ ਨੇ ਆਪਣਾ ਨਵਾਂ ਪੁਸ਼ਾਕਾ ਜੋ ਦਰਜੀਆਂ ਨੇ ਤਿਆਰ ਕੀਤਾ ਹੈ ਮੰਗਾਉਣਾ ਕੀਤਾ ਹੈ। ਕਹਿਣ ਲੱਗੇ ਸਾਡਾ ਪੁਸ਼ਾਕਾ ਸਾਡੇ ਵਸਤਰ ਲੈ ਕੇ ਆਓ। ਸਤਿਗੁਰਾਂ ਨੇ ਨਵੇਂ ਵਸਤਰ ਧਾਰਨ ਕੀਤੇ ਹਨ ਸਰੀਰ ਉੱਪਰ। ਕੇਸਨ ਤੇ ਸਭ ਨੀਰ ਨਿਚੋਰਾ ਧੂਪ ਤੁਖਾਈ ਗੰਧ ਚੱਕ ਚੋਰਾ। ਕੇਸੀ ਇਸ਼ਨਾਨ ਕੀਤਾ ਹੈ ਸਤਿਗੁਰਾਂ ਨੇ ਆਪ, ਔਰ ਫਿਰ ਕੇਸਾਂ ਨੂੰ ਸੁਕਾਉਣਾ ਕੀਤਾ, ਹਰੇ ਕੀਤਾ ਹੈ।
ਔਰ ਸਤਿਗੁਰੂ ਪਾਤਸ਼ਾਹ ਜੀ ਦੇ ਆਸੇ-ਪਾਸੇ ਬਹੁਤ ਸਾਰਾ ਸੈਂਟ ਛਿੜਕਿਆ ਜਾਂਦਾ ਹੈ। ਜੂਰਾਨੀ ਕੀ ਰੀਤ ਬਨਾਇਓ ਸ਼ਮਸ ਮੂਛ ਕੇਸ਼ਨ ਚਿਕਨਾਇਓ। ਔਰ ਕੇਸਾਂ ਨੂੰ ਗੁਰੂ ਪਾਤਸ਼ਾਹ ਜੀ ਹਰੇ ਕਰਦੇ ਹਨ, ਫਿਰ ਉਹਨਾਂ ਨੂੰ ਚੰਗੀ ਤਰ੍ਹਾਂ ਸੀਸ ਉੱਪਰ ਜੂੜਾ ਸਜਾਉਂਦੇ ਹਨ, ਫਿਰ ਸ਼ਮਸ਼ ਦਾੜਾ ਆਦਿ ਇਹ ਸਭ ਸੁਧਾਰਦੇ ਹਨ, ਭਾਵ ਤੇਲ ਆਦਿ ਲਾ ਕਰਕੇ ਤਿਆਰ ਹੋ ਰਹੇ ਹਨ। ਸੁਕਮ ਨੀਕ ਨਹੀਂ ਉਸ਼ਨੀਕਾ ਜਿਨ ਕਰ ਧਰ ਤਿਲ ਦਾਸਨ ਜੀਕ। ਔਰ ਕੋਲੇ ਸੇਵਕ ਖੜੇ ਹਨ, ਫਿਰ ਸਤਿਗੁਰਾਂ ਨੇ ਆਪਣੀ ਦਸਤਾਰ ਸੂਖਮ ਸੁੰਦਰ ਭਾਵ ਬਹੁਤ ਹਲਕੀ, ਵਜਨ ਵਿੱਚ ਹਲਕੀ, ਔਰ ਗੁਰੂ ਪਿਆਰਿਓ ਦਸਤਾਰ ਜਿਹੜੀ ਹੈ ਸਤਿਗੁਰਾਂ ਨੇ ਸੀਸ ਉੱਪਰ ਸਜਾਉਣੀ ਕੀਤੀ ਹੈ। ਦਾਸ ਕੋਲੇ ਖੜੇ ਹਨ, ਨਾਲ ਸੇਵਾ ਵਿੱਚ ਹੱਥ ਵੀ ਵਟਾ ਰਹੇ ਹੈ। ਜੂਰੇ ਸੰਗ ਛੋਰੇ ਟਿਕਾਇਓ ਪਨ ਚਾਉਨ ਔਰ ਪੇਚ ਲਪਟਾਇਓ। ਇਉਂ ਸਤਿਗੁਰਾਂ ਨੇ ਆਪਣੇ ਜੂੜੇ ਦੇ ਉੱਪਰ ਰੱਖ ਕਰਕੇ ਪਹਿਲਾ ਪੇਚ ਦਸਤਾਰ ਦਾ ਤੇ ਦਸਤਾਰ ਸਜਾ ਲਈ ਜੀ। ਸਨੇ ਸਨੇ ਸਭ ਪੇਚ ਪਰਵਾਰੇ ਪੁਨ ਜੂਰੇ ਪਰ ਲਿਆਏ ਸੁਧਾਰੇ। ਭਾਵ ਕਿ ਹੌਲੀ ਹੌਲੀ ਸਤਿਗੁਰਾਂ ਨੇ ਬੜੀ ਸੁੰਦਰ ਦਸਤਾਰ ਸਜਾਈ ਹੈ, ਆਪਣੇ ਸੀਸ ਉੱਪਰ ਅਖੀਰ ਲੜ ਜੂੜੇ ਉੱਪਰੋਂ ਕਰਕੇ ਟੰਗ ਲਿਆ। ਮੁਕਰ ਮਹਾਨ ਦਿਖਾਏ ਅਗਾਰੀ ਬਹੁ ਬਿਦ ਤੇ ਦਸਤਾਰ ਸਵਾਰੀ। ਫਿਰ ਸਤਿਗੁਰੂ ਸ਼ੀਸ਼ੇ ਦੇ ਵਿੱਚੋਂ ਦਸਤਾਰ ਨੂੰ ਵੇਖਦੇ ਹਨ, ਸੁਧਾਰਦੇ ਹਨ। ਪੁਨ ਖਜ਼ਾਨਚੀ ਜਿਗਾ ਦਿਖਾਈ ਬਹੁਤ ਮੋਲ ਕੀ ਚਿਰ ਬਣਾਈ। ਫਿਰ ਖਜ਼ਾਨਚੀ ਨੂੰ ਕਹਿੰਦੇ ਲਿਆ ਵੀ ਕਲਗੀ ਜਿਗਾ ਆਦਿ। ਤਾਂ ਖਜ਼ਾਨਚੀ ਨੇ ਗੁਰੂ ਪਿਆਰੋ ਜਿਗਾ ਹੁੰਦੀ ਹੈ ਜੋ ਲੜੀਆਂ ਮੋਤੀਆਂ ਦੀਆਂ ਐਦਾਂ ਕਰਕੇ ਆਪਾਂ ਲਾਉਣੇ, ਉਹਨੂੰ ਜਿਗਾ ਕਹਿੰਦੇ ਆ। ਕਲਗੀ ਸੈਂਟਰ ਚ ਲਾਈ ਜਾਂਦੀ ਆ। ਸਤਿਗੁਰਾਂ ਨੇ ਕਲਗੀ ਜਿਗਾ ਜਿਹੜੀ ਆਪਣੇ ਸੀਸ ਉੱਪਰ ਸਜਾਉਣੀ ਕੀਤੇ ਜੇ। ਪਾਕ ਭਾਲ ਪਰ ਬੰਦ ਸਜਾਈ ਪੰਕਤ ਹੀਰਨ ਕੀ ਦਮਕਾਈ। ਔਰ ਪਾਗ ਕਹਿੰਦੇ ਆ ਦਸਤਾਰ ਨੂੰ ਹੀ। ਦਸਤਾਰ ਦੇ ਉੱਪਰ ਕਹਿੰਦੇ ਜਿਹੜੀ ਹੈ ਜਿਗਾ ਸਜਾਉਣੀ ਕੀਤੀ ਹੈ। ਹੀਰਿਆਂ ਦੀਆਂ ਲੜੀਆਂ ਜੋ ਉਸ ਜਗ੍ਹਾ ਦੇ ਵਿੱਚ ਪਾਈਆਂ ਹੋਈਆਂ ਮੋਤੀ ਹੀਰੇ ਜਵਾਹਰਾਤ ਤੋਂ ਚਮਕਦੇ ਹਨ। ਜਬਰ ਜਵਾਹਰ ਜਾਹਰ ਜੋਤ ਜਗਮਗ ਜਗਮਗ ਸ਼ੋਭ ਅਦੂਤ। ਪਾਤਸ਼ਾਹ ਜੀ ਆਪਣੀ ਤਿਆਰੀ ਆਪੇ ਹੀ ਕਰ ਰਹੇ ਆ ਲੋਪ ਹੋਣ ਦੀ। ਕਹੋ ਸਤਨਾਮ ਜੀ। ਔਰ ਸਿੰਘ ਭਾਵੇਂ ਕਿ ਬਰਾਗ ਵੀ ਕਰ ਰਹੇ ਆ, ਪਰ ਕਿਹੜਾ ਝੱਲੇ ਗੁਰੂ ਦੀ ਝਾਲਾ, ਕਿਹੜਾ ਕਹੇ ਗੁਰੂ ਨੂੰ ਐ ਨਹੀਂ ਤੇ ਐ ਕਰ। ਕਹੋ ਸਤਨਾਮ ਜੀ। ਸਤਿਗੁਰੂ ਪਾਤਸ਼ਾਹ ਆਪਣੀਆਂ ਤਿਆਰੀਆਂ ਆਪੇ ਹੀ ਖਿੱਚ ਰਹੇ ਹੈ, ਕਿਉਂਕਿ ਸਤਿਗੁਰੂ ਨੂੰ ਪਤਾ ਕਿ ਮੈਂ ਤਾਂ ਦੋ ਦੇਸ਼ਾਂ ਦਾ ਵਾਸੀ ਹਾਂ, ਤਾਂ ਸਾਨੂੰ ਨਹੀਂ ਪਤਾ, ਅਸੀਂ ਰੋਨੇ ਆ ਬਰਾ ਕਰਨੇ ਆ, ਕਿਉਂਕਿ ਸਾਨੂੰ ਉਹੇ ਜਿਹੇ ਦਰਸ਼ਨ ਨਹੀਂ ਹੋਣੇ। ਕਹੋ ਸਤਨਾਮ। ਪਰ ਸਤਿਗੁਰੂ ਪਾਤਸ਼ਾਹ ਨੂੰ ਪਤਾ ਹੈ ਕਿ ਮੈਂ ਦੋ ਦੇਸ਼ਾਂ ਦਾ ਰਾਜਾ ਹਾਂ, ਇਸ ਦੇਸ਼ ਦਾ ਮੈਂ ਗੁਰੂ ਹਾਂ, ਉਸ ਦੇਸ਼ ਦਾ ਰੱਬ ਹਾਂ। ਕਹੋ ਸਤਨਾਮ। ਇਹ ਗੱਲ ਕਹੀ ਨਾ ਜਿਸ ਵੇਲੇ ਗੁਰੂ ਪਿਆਰਿਓ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਮੁਸਲਮਾਨਾਂ ਦੇ ਪੀਰ ਸਾਈਂ ਮੀਆਂ ਮੀਰ ਨੇ ਆਪਣੇ ਆਸਣ ਤੇ ਬਿਠਾ ਲਿਆ, ਲਿਜਾ ਕੇ ਡੇਰੇ ਦੇ ਵਿੱਚ। ਬੜਾ ਪਿਆਰ ਕਰਦਾ ਸੀ ਪਹਿਲਾਂ 5ਵੇਂ ਪਾਤਸ਼ਾਹ ਜੀ ਨਾਲ, ਫਿਰ 6ਵੇਂ ਪਾਤਸ਼ਾਹ ਨਾਲ ਵੀ ਪਿਆਰ ਹੋ ਗਿਆ। ਆਪ ਘਰੋਂ ਚੱਲਿਆ ਬਈ ਪਾਤਸ਼ਾਹ ਨੂੰ ਲੈ ਕੇ ਆਉਣੇ ਆ। ਇਧਰੋਂ ਪਾਤਸ਼ਾਹ ਚੱਲ ਪਏ, ਚਲੋ ਸਾਈਂ ਮੀਆਂ ਮੀਰ ਨੂੰ ਮਿਲ ਕੇ ਆਉਣੇ, ਕਿਉਂਕਿ ਤਰਮਜਾਂ ਤਾਰਾਂ ਜੁੜੀਆਂ ਹੋਈਆਂ ਸੀ, ਰਸਤੇ ਵਿੱਚ ਇਕੱਠੇ ਹੋ ਗਏ। ਸਾਈਂ ਮੀਆਂ ਮੀਰ ਨੇ ਲਗਾਮ ਫੜੀ ਘੋੜੇ ਦੀ, ਪਾਤਸ਼ਾਹ ਜੀ ਨੂੰ ਆਪਣੇ ਡੇਰੇ ਲੈ ਗਿਆ। ਰਗਾਮ ਵਾਲੇ ਸਤਿਗੁਰ ਦੇ ਚਰਨਾਂ ਥੱਲੇ ਗੁਰੂ ਪਿਆਰੋ ਰਕਾਬ ਹੈ, ਰਕਾਬ ਨੂੰ ਆਪਦੇ ਹੱਥ ਨਾਲ ਫੜੇ, ਕਿਉਂਕਿ ਉਤਰਨ ਵੇਲੇ ਜ਼ੋਰ ਪੈਂਦਾ ਰਕਾਬ ਤੇ। ਸਾਈਂ ਮੀਆਂ ਮੀਰ ਨੇ ਰਕਾਬ ਫੜ ਕੇ ਪਾਤਸ਼ਾਹ ਨੂੰ ਘੋੜੇ ਤਾਰਿਆ ਤੇ ਆਪਣੇ ਸਿੰਘਾਸਣ ਤੇ ਆਪਣੇ ਆਸਣ ਤੇ ਬਿਠਾਤਾ। ਤੇ ਸ਼ਾਹਜਹਾਂ ਨੂੰ ਪਤਾ ਲੱਗਿਆ ਵੀ ਸਾਈਂ ਮੀਆਂ ਮੀਰ ਜਿਵੇਂ ਸਾਡੇ ਜਥੇਦਾਰ ਵੱਡੇ ਆ, ਅਸੀਂ ਉਹਨਾਂ ਸਤਿਕਾਰ ਕਰਦੇ ਹਾਂ, ਇਹ ਮੁਸਲਮਾਨ ਲੋਕ ਸਾਈਂ ਮੀਆਂ ਮੀਰ ਨੂੰ ਆਪਣਾ ਵੱਡਾ ਪੀਰ ਸਮਝਦੇ ਸੀਗੇ। ਪਤਾ ਲੱਗਿਆ ਵੀ ਸਾਈਂ ਮੀਆਂ ਮੀਰ ਨੇ ਸਿੱਖਾਂ ਦੇ ਗੁਰੂ ਨੂੰ ਆਪਣੇ ਆਸਣ 'ਤੇ ਬਿਠਾਇਆ, ਬਹੁਤ ਮਾੜਾ ਕੰਮ ਕੀਤਾ। ਪੁੱਛਣ ਵਾਸਤੇ ਆ ਗਿਆ, ਕੀ ਗੱਲ ਬਈ ਐਂ ਕੀਤਾ? ਸਾਈਂ ਮੀਆਂ ਮੀਰ ਜੀ ਨੇ ਬੜਾ ਵਧੀਆ ਜਵਾਬ ਦਿੱਤਾ। ਕਹਿੰਦੇ ਰਾਜਾ ਸਾਹਿਬ, ਜਿਨ੍ਹਾਂ ਲੋਕਾਂ ਨੂੰ ਪਤਾ ਤੂੰ ਰਾਜਾ ਹੈ, ਤੈਨੂੰ ਸਤਿਕਾਰ ਕਰਦੇ ਆ, ਨਮਸਕਾਰ ਸਲਾਮ ਕਰਦੇ ਆ। ਕਹਿੰਦੇ ਹਾਂ, ਪਰ ਜਿਨ੍ਹਾਂ ਨੂੰ ਨਹੀਂ ਪਤਾ, ਜੇ ਤੂੰ ਐਸੇ ਦੇਸ਼ ਚਲਿਆ ਜਾਵੇਂ ਜਿੱਥੇ ਪਤਾ ਹੀ ਨਾ ਹੋਵੇ ਕੌਣ ਹੈ ਕੌਣ ਨਹੀਂ, ਉੱਥੇ ਤੈਨੂੰ ਕੋਈ ਸਲਾਮ ਨਹੀਂ ਕਰੇਗਾ। ਕਹਿੰਦੇ ਗੱਲ ਠੀਕ ਆ। ਕਹਿੰਦੇ ਬਸ ਇਸੇ ਕਰਕੇ ਜਦੋਂ ਅਸੀਂ ਸਜਦੇ ਵੀ ਜਾਂਦੇ ਹਾਂ, ਭਾਵ ਜਦੋਂ ਸਿਮਰਨ ਵਿੱਚ ਬੈਠਦੇ ਹਾਂ, ਸਾਡਾ ਧਿਆਨ ਜੁੜਦਾ ਹੈ ਤੇ ਅਸੀਂ ਕੀ ਦੇਖਦੇ ਹਾਂ ਕਿ ਜਿਹੜਾ ਇੱਥੇ ਗੁਰੂ ਹਰਗੋਬਿੰਦ ਹੈ, ਇਹੀ ਸੱਚਖੰਡ ਵਿੱਚ ਰੱਬ ਬਣ ਕੇ ਅੱਲਾ ਬਣ ਕੇ ਬੈਠਾ। ਕਹੋ ਸਤਨਾਮ। ਕੱਲ ਨੂੰ ਅਸੀਂ ਇਹਦੇ ਕੋਲ ਜਾਣਾ, ਫਿਰ ਸਾਨੂੰ ਪਤਾ ਲੱਗ ਗਿਆ, ਅਸੀਂ ਇੱਥੇ ਉਹਦਾ ਸਤਿਕਾਰ ਕਿਉਂ ਨਾ ਕਰੀਏ ਬਈ।
ਚੁੱਪ ਕਰ ਗਿਆ, ਕੋਈ ਜਵਾਬ ਨਹੀਂ ਆਇਆ। ਗੁਰੂ ਸਾਹਿਬ ਨੂੰ ਪਤਾ ਹੈ ਉਹ ਇੱਥੇ ਗੁਰੂ ਹੈ, ਉੱਥੇ ਰੱਬ ਹਨ। ਉਹ ਦੋ ਦੇਸ਼ਾਂ ਦੇ ਮਾਲਕ ਹੈ, ਗਏ ਕਿਤੇ ਵੀ ਨਹੀਂ। ਪਿਆਰ ਵਧਾਓ, ਪ੍ਰੇਮ ਵਧਾਓ, ਜਦੋਂ ਮਰਜ਼ੀ ਉਹਨਾਂ ਨੂੰ ਫੀਲ ਕਰੋ, ਅਨੁਭਵ ਕਰੋ, ਤੁਹਾਨੂੰ ਫੀਲ ਹੋਵੇਗਾ, ਅਨੁਭਵ ਵੀ ਹੋਵੇਗਾ। ਮੇਰੇ ਪ੍ਰੀਤਮ ਜੀ ਕਹਿੰਦੇ ਖਜ਼ਾਨਚੀ ਨੇ ਸਾਰਾ ਸਮਾਨ ਲਿਆ ਕੇ ਦਿੱਤਾ ਹੈ, ਜੋ ਕਿ ਬੜਾ ਕੀਮਤੀ ਹੁੰਦਾ। ਖਜ਼ਾਨਚੀ ਸਾਂਭ ਕੇ ਰੱਖਦਾ ਹੈ, ਕਲਗੀ ਜਿਗਾ ਆਦि ਇਹ ਸਾਰਾ ਸਮਾਨ ਸਜਾਉਣ ਵਾਲਾ ਪ੍ਰੀਤਮ ਜੀ ਸੀਸ ਉੱਪਰ ਸਜਾ ਰਹੇ ਹਨ। ਨਿਹੰਗ ਸਿੰਘਾਂ ਦੀ ਦਸਤਾਰ ਉੱਤੇ ਗੁੱਛੇ ਏਦਾਂ ਲਮਕਾਏ ਤੁਸੀਂ ਦੇਖਦੇ ਹੋ, ਮੋਤੀਆਂ ਦੇ ਹੁੰਦੇ ਆ, ਘੁੰਗਰੂਆਂ ਦੇ ਹੋ ਸਕਦੇ ਆ। ਇਸੇ ਤਰ੍ਹਾਂ ਗੁਰੂ ਸਾਹਿਬ ਜੀ ਦਾ ਤਾਂ ਉਹ ਸਮਾਨ ਬੜਾ ਹੀ ਕੀਮਤੀ ਹੈ, ਉਹ ਸਾਰਾ ਸਜਾਉਣਾ ਸ਼ੁਰੂ ਕੀਤਾ। ਗੁੱਛਾ ਮੋਤੀਆਂ ਦਾ ਸਜਾਇਆ, ਇੱਕ ਸਾਈਡ ਤੇ ਕਲਗੀ ਬਣਾਈ ਹੈ। ਨਾਨਾ ਰੰਗ ਜਵਾਹਰ ਲਾਗੇ, ਘੜਤ ਅਨੋਠੀ ਜੇਬ ਸੋ ਜਾਗੇ। ਅਨੂਠੀ ਅਨੋਖੀ ਘੜਤ। ਗੁਰੂ ਪਿਆਰੋ ਹੀਰਾ ਜਦੋਂ ਕੋਲਿਆਂ ਚੋਂ ਨਿਕਲਦਾ ਉਦੋਂ ਇੱਕ ਪੱਥਰ ਹੁੰਦਾ ਹੈ ਚਮਕਦਾਰ, ਪਰ ਜਦੋਂ ਇਹ ਜਾ ਕੇ ਇਹਨੂੰ ਜੌਹਰੀ ਲੋਕ ਪਛਾਣਦੇ ਆ ਵੀ ਇਹ ਹੀਰਾ ਹੈ, ਤੇ ਉਹਦੀ ਗੁਰੂ ਪਿਆਰੋ ਕਤਰਾ ਕਰਦੇ ਆ, ਉਹਨੂੰ ਕਟਿੰਗ ਕਰਦੇ ਆ, ਤੇ ਫਿਰ ਉਸ ਦੇ ਵਿੱਚ ਪਾਲਿਸ਼ ਕਰਦੇ ਆ, ਫਿਰ ਉਸ ਦੀ ਚਮਕ ਵੱਧ ਜਾਂਦੀ ਹੈ। ਇਸ ਤਰ੍ਹਾਂ ਹੀਰੇ ਜਵਾਹਰਾਤ ਬੜੇ ਅਨੋਖੇ ਘਾੜਤ ਕਰੇ ਹੋਏ ਜੌਹਰੀਆਂ ਦੇ ਕੱਟੇ, ਉਹਨਾਂ ਦੇ ਵਿੱਚ ਅਨੇਕਾਂ ਤਰ੍ਹਾਂ ਦੇ ਗੁਰੂ ਪਿਆਰਿਓ ਨਿਸ਼ਾਨ ਬਣਾਏ ਹੋਏ ਜੋ ਬੜੇ ਚਮਕਦੇ ਹਨ। ਲੇਕਰ ਸੰਗ ਉਤੰਗ ਸਜਾਈ, ਹਾਲੇ ਸਿਰ ਚੂਲਤ ਦਮਕਾਈ। ਔਰ ਉਹ ਜੋ ਹੀਰਿਆਂ ਦੀ ਗੁਰੂ ਪਿਆਰੋ ਕਲਗੀ ਹੈ, ਸਤਿਗੁਰ ਨੇ ਸਜਾਈ ਹੈ, ਸੀਸ ਉੱਪਰ ਝੂਲ ਰਹੀ ਹੈ, ਤੇ ਜਦੋਂ ਹਲਦੀ ਹੈ ਹੀਰੇ ਜਵਾਹਰਾਤ ਮੋਤੀ ਚਮਕਾਂ ਮਾਰਦੇ ਹਨ। ਸੁਖਮ ਤੇ ਸੁਖਮ ਬਰ ਚੀਰ, ਜਾਮਾ ਪਹਿਰਿਓ ਦਿਪੇ ਸਰੀਰ। ਔਰ ਫਿਰ ਸਤਿਗੁਰਾਂ ਨੇ ਬੜਾ ਹੀ ਹਲਕਾ ਜਿਹਾ ਸੂਖਮ ਜਿਹਾ ਜੋ ਚੋਲਾ ਤਿਆਰ ਕਰਵਾਇਆ ਹੈ, ਜਾਮਾ ਕਹਿੰਦੇ ਆ ਚੋਲੇ ਨੂੰ, ਕੱਪੜੇ ਬਸਤਰ ਸਾਰੇ ਹੀ ਪੋਸ਼ਾਕ ਸਰੀਰ ਤੇ ਪਹਿਨਣੀ ਕਰੀ ਹੈ। ਬਹੁ ਬਾਲਣ ਕੋ ਸਜਿਓ ਵਿਸਾਲਾ, ਬੰਦ ਬੰਦ ਨਰਕਾਏ ਸੁਟਾਲਾ। ਔਰ ਬਹੁ ਪਾਲਣ ਕਈ ਪੱਲਿਆਂ ਵਾਲਾ, ਜਿਵੇਂ ਗੁਰੂ ਪਾਤਸ਼ਾਹ ਛੇਵੇਂ ਪਾਤਸ਼ਾਹ ਦਾ 52 ਕਲੀਆਂ ਦਾ ਚੋਲਾ, ਇੱਥੇ ਪਾਲਣ ਦਾ ਮਤਲਬ ਪੱਲੇ ਭਾਵ ਕਲੀਆਂ, ਭਾਵ ਖੁੱਲਾ ਚੋਲਾ ਸਤਿਗੁਰਾਂ ਨੇ ਸੀਸ ਉੱਪਰ ਸਜਾਉਣਾ ਕੀਤਾ ਕਲੀਆਂ ਵਾਲਾ। ਬੰਦ ਬੰਦ ਲਰਕਾਏ ਸੋ ਢਾਲਾ, ਜਿਸ ਦੇ ਤਣੀਆਂ ਬੰਨੀਆਂ ਹੋਈਆਂ ਹਨ। ਤੀਖਣ ਧਾਰਾ ਖੜਗ ਕਰਾਲੇ, ਕੰਚਨ ਮੁਸ਼ਟ ਜੜਤ ਨਗ ਨਾਲੇ। ਔਰ ਜਿਹੜੇ ਸੇਵਾਦਾਰ ਸੇਵਾ ਵਾਲੇ ਆ, ਨਿੱਜ ਵਾਲੇ, ਰੋਜ਼ਾਨਾ ਵਾਲੇ, ਉਹ ਸਭ ਪਤਾ ਹੈ। ਫਿਰ ਉਹਨਾਂ ਨੇ ਸਮੇਂ ਸਮੇਂ ਤੇ ਸਾਰੀਆਂ ਚੀਜ਼ਾਂ ਪਾਤਸ਼ਾਹ ਨੂੰ ਫੜਾ ਰਹੇ ਆ। ਫਿਰ ਉਹਨਾਂ ਨੇ ਸਤਿਗੁਰਾਂ ਦੀ ਉਹ ਸ੍ਰੀ ਸਾਹਿਬ ਵੱਡੀ ਜੋ ਗਾਤਰੇ ਪਹਿਨਦੇ ਹਨ, ਤੀਖਣ ਧਾਰਾ ਤਿੱਖੀ ਧਾਰ ਵਾਲੀ ਖੜਗ, ਕਰਾਲ ਭਿਆਨਕ, ਦੁਸ਼ਮਣਾਂ ਵਾਸਤੇ ਭਿਆਨਕ, ਸਿੱਖਾਂ ਦੇ ਵਾਸਤੇ ਪਿਆਰ ਵਾਲੀ। ਕਹੋ ਸਤਿਨਾਮ ਸ੍ਰੀ ਵਾਹਿਗੁਰੂ। ਉਹ ਭਿਆਨਕ ਤਲਵਾਰ ਪਾਤਸ਼ਾਹ ਨੇ ਗਾਤਰੇ ਪਾਈ ਹੈ, ਜਿਸ ਦਾ ਮੁੱਠਾ ਸੋਨੇ ਦੀ ਜੜਤ ਕਰਕੇ ਬਣਾਇਆ ਹੈ। ਜਿਸ ਕੇ ਲੱਗੇ ਮੁਨਾਲ ਤਨਾਲਾ, ਕੜੀਆ ਅਰਚ ਪੜਾਸ ਵਿਸਾਲਾ। ਜਿਸ ਤਲਵਾਰ ਦੇ ਨਾਲ ਗੁਰੂ ਪਿਆਰਿਓ ਕਈ ਕੁੰਡੇ ਲੱਗੇ ਹੋਏ ਹਨ, ਜਿਨ੍ਹਾਂ ਵਿੱਚੋਂ ਤਸਮੇ ਕੱਢ ਕੇ ਤਲਵਾਰ ਪੇਟੀ ਨਾਲ ਬੰਨੀ ਜਾਂਦੀ ਹੈ ਤਾਂ ਕਿ ਸਰੀਰ ਤੋਂ ਦੂਰ ਨਾ ਜਾਵੇ। ਕੁੰਡੇ ਲੱਗੇ ਹੁੰਦੇ ਆ ਤੇ ਉਸ ਨੂੰ ਇਸ ਪਾਸੇ ਜੋੜਿਆ ਜਾਂਦਾ ਤਾਂ ਕਿ ਸਰੀਰ ਜਿਹੜੇ ਹੈ ਇਹਦੇ ਨਾਲ ਤਲਵਾਰ ਲੱਗੀ ਰਹੇ, ਉਹਦੀ ਮਿਆਨ ਨਾਲ ਲੱਗੀ ਰਹੇ। ਤਲਵਾਰ ਜਦੋਂ ਮਰਜ਼ੀ ਕੱਢ ਲਓ, ਮਿਆਨ ਨਾਲ ਵੱਜੀ ਰਹਿੰਦੀ ਹੈ ਪੇਟੀ ਦੇ। ਚਾਮੀ ਕਰਕੇ ਚਮਕਤ ਚਾਰੂ, ਜਰੀ ਗਾਤਰਾ ਜੇ ਗੁਲਜਾਰੂ। ਔਰ ਜਰੀ ਦਾ ਕੱਢਿਆ ਹੋਇਆ ਗਾਤਰਾ ਪਾਤਸ਼ਾਹ ਜੀ ਦਾ ਉਸ ਸ੍ਰੀ ਸਾਹਿਬ ਨੂੰ ਪਾਇਆ ਹੋਇਆ ਹੈ, ਜੋ ਚਮਕ ਰਿਹਾ ਹੈ। ਗੁਰੂ ਪਿਆਰਿਓ ਸੋਨੇ ਦੀ ਜਰੀ, ਅੱਜ ਕੱਲ੍ਹ ਤਾਂ ਜਰੀ ਵੀ ਡੁਪਲੀਕੇਟ ਆ ਗਈ ਨਾ। ਪੁਰਾਣੇ ਗੋਟੇ ਖਰੀਦਣ ਵਾਲੇ ਆਉਂਦੇ ਆ ਕਈ ਵਾਰੀ, ਬਾਣੀਏ ਜਾਂ ਹੋਰ ਆਪਣੇ ਬਣਜਾਰੇ, ਬਈ ਪੁਰਾਣਾ ਗੋਟਾ ਹੋਵੇ ਕਿਸੇ ਕੋਲੇ, ਉਹਨਾਂ ਪੁਰਾਣੇ ਗੋਟਿਆਂ ਵਿੱਚ ਸੋਨਾ ਤੇ ਚਾਂਦੀ ਦੀਆਂ ਤਾਰਾਂ ਹੁੰਦੀਆਂ ਸੀਗੀਆਂ। ਤਾਂ ਉਹਨਾਂ ਸਮਿਆਂ ਵਿੱਚ ਤਾਂ ਪਾਤਸ਼ਾਹ ਕੋਲੇ ਸੋਨਾ ਹੀ ਬੜਾ ਸੀ ਖਜ਼ਾਨੇ ਦੇ ਵਿੱਚ, ਤੇ ਜਰੀ ਜਿਹੜੀ ਹੈ ਉਹਦੇ ਨਾਲ ਉਹ ਗਾਤਰੇ ਦੇ ਉੱਤੇ ਸੋਨੇ ਦੀਆਂ ਤਾਰਾਂ ਪਾਈਆਂ ਹੋਈਆਂ ਚਮਕਦੀਆਂ ਹਨ। ਸ਼੍ਰੀ ਸਤਿਗੁਰ ਨੇ ਕਰਤੈ ਸਮੋ, ਪਹਿਰਨ ਤੇ ਪੂਰਬ ਕਰਨਾਮੋ। ਪ੍ਰੀਤਮ ਨੇ ਸ੍ਰੀ ਸਾਹਿਬ ਹੱਥ ਵਿੱਚ ਫੜੀ ਆ ਖਜ਼ਾਨਚੀ ਕੋਲੋਂ, ਤੇ ਉਸ ਨੂੰ ਪਹਿਲਾਂ ਆਪਣੇ ਮੱਥੇ ਨਾਲ ਲਾਇਆ। ਗੁਰੂ ਪਿਆਰਿਓ ਉਹ ਨਮਸਕਾਰ ਕੀਤੀ ਹੈ, ਜਿੱਤੇ ਸ਼ਾਸਤਰ ਨਾਮੰ ਨਮਸਕਾਰ ਤਾਮੰ, ਜਿੱਤੇ ਸ਼ਾਸਤਰ ਭਯੰ ਨਮਸਕਾਰ ਤਯੰ। ਅਸੀਂ ਦੋ ਚੀਜ਼ਾਂ ਨਮਸਕਾਰ ਕਰਦੇ ਹਾਂ, ਜਾਂ ਤਾਂ ਸ਼ਾਸਤਰ ਨੂੰ ਤੇ ਜਾਂ ਫਿਰ ਸ਼ਾਸਤਰ ਨੂੰ, ਭਾਵ ਗੁਰਬਾਣੀ ਨੂੰ। ਅਸੀਂ ਧਾਰਮਿਕ ਗ੍ਰੰਥਾਂ ਦਾ ਵੀ ਸਤਿਕਾਰ ਕਰਦੇ ਹਾਂ, ਚਾਹੇ ਅਸੀਂ ਜੁੜਨਾ ਬਾਣੀ ਨਾਲ ਹੈ, ਪਰ ਅਸੀਂ ਦੂਜੇ ਗ੍ਰੰਥਾਂ ਦੀ ਵੀ ਬੇਅਦਬੀ ਥੋੜ੍ਹਾ ਕਰਦੇ ਹਾਂ। ਤੇ ਇੱਥੇ ਕਿਹਾ ਪਾਤਸ਼ਾਹ ਕਹਿੰਦੇ ਅਸੀਂ ਦੋ ਚੀਜ਼ਾਂ ਨੂੰ ਮੰਨਣਾ, ਇੱਕ ਸ਼ਬਦ ਨੂੰ, ਇੱਕ ਸ਼ਾਸਤਰ ਨੂੰ।
ਸ਼ਬਦ ਸਾਡਾ ਆਤਮਕ ਰੱਖਿਆ ਕਰੂਗਾ, ਸ਼ਸਤਰ ਸਾਡਾ ਸਰੀਰ ਦੀ ਰੱਖਿਆ ਕਰੂਗਾ। ਇਸ ਕਰਕੇ ਸਤਿਗੁਰਾਂ ਨੇ ਉਹ ਸ੍ਰੀ ਸਾਹਿਬ ਹੱਥ ਵਿੱਚ ਫੜਿਆ ਔਰ ਆਪਣੇ ਮੱਥੇ ਦੇ ਨਾਲ ਲਾਇਆ ਹੈ। ਔਰ ਗਾਤਰੇ ਪਾ ਲਿਆ ਸ੍ਰੀ ਸਾਹਿਬ ਵੱਡਾ। ਫਿਰ ਸਿੰਘ ਨੇ ਚੱਕ ਕੇ ਭਰੇ ਹੋਏ ਤੀਰਾਂ ਦਾ ਪੱਥਾ ਸਤਿਗੁਰ ਦੇ ਹੱਥ ਵਿੱਚ ਫੜਾਇਆ ਹੈ ਔਰ ਜਿਸ ਦੇ ਵਿੱਚ ਸੋਨਾ ਲੱਗਿਆ ਹੋਇਆ, ਪਿਛਲੇ ਪਾਸੇ 1.25 ਤੋਲਾ ਸੋਨਾ ਤੇ ਮੂਹਰੇ ਪਾਸੇ ਲੋਹੇ ਦੀ ਮੁੱਖੀ। ਕਿਸੇ ਨੇ ਪੁੱਛਿਆ ਮਹਾਰਾਜ ਦੁਸ਼ਮਣ ਮਾਰਨਾ ਹੀ ਹੈ ਤੇ ਸੋਨਾ ਕਿਉਂ ਖਰਾਬ ਕਰਨਾ? ਕਹਿੰਦੇ ਨਹੀਂ ਨਹੀਂ, ਕਿਉਂਕਿ ਦੁਸ਼ਮਣ ਵੀ ਤਾਂ ਗੁਰੂ ਦੇ ਹੀ ਆ। ਕੋ ਸਤਨਾਮ ਕਿਹਾ ਨਹੀਂ ਦਇਆ ਸਿੰਘ ਨੂੰ, ਜਿੰਨੇ ਮਰੇ ਪਏ ਆ ਜਾਂ ਤਾਂ ਸਾਰਿਆਂ ਨੂੰ ਢੱਕ ਦੇ ਜਾਂ ਫਿਰ ਸਾਹਿਬਜ਼ਾਦੇ ਉੱਤੋਂ ਵੀ ਪਰਨਾ ਚੱਕ ਲਿਆ ਵੱਡਾ। ਕੋ ਸਤਨਾਮ ਸਾਰੇ ਬਰਾਬਰ ਰਹਿੰਦੇ, ਸਾਰੇ ਮੇਰੇ ਹੈ। ਉਹਨਾਂ ਵਿੱਚ ਮੁਸਲਮਾਨ ਵੀ ਤਾਂ ਮਰੇ ਪਏ ਆ ਨਾ। ਮਰਨ ਤੋਂ ਬਾਅਦ ਸਾਰੀਆਂ ਦੁਸ਼ਮਣੀਆਂ ਖਤਮ ਹੋ ਜਾਂਦੀਆਂ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਇਹ ਸਾਰੇ ਮੇਰੇ ਹੀ ਹਨ। ਤਾਂ ਪੁੱਛਣ ਵਾਲੇ ਨੂੰ ਦੱਸਿਆ ਕਿ ਤੀਰ ਦੇ ਮਗਰ ਸੋਨਾ ਤਾਂ ਲਾਇਆ ਹੈ, ਜੇ ਸਾਡੇ ਤੀਰ ਨਾਲ ਕੋਈ ਮਰ ਜਾਂਦਾ ਹੈ ਤੇ ਉਹਦੇ ਸੰਸਕਾਰ ਦਾ ਇੰਤਜ਼ਾਮ ਹੋ ਜਾਊਗਾ। ਜੇ ਬਚ ਜਾਂਦਾ ਹੈ, ਫੱਟੜ ਹੋ ਜਾਂਦਾ ਹੈ ਤੇ ਭਾਈ ਦਵਾਈ ਲੈ ਲਊਗਾ। ਖੋ ਸਤਨਾਮ ਮਾਰੇ ਰੱਖੈ ਏਕੋ ਆਪ, ਨਾਨਕ ਹੈ ਕਿਛ ਨਾਹੀ ਹੱਥ। ਮੇਰੇ ਪ੍ਰੀਤਮ ਜੀ ਨੇ ਉਹ ਤੀਰਾਂ ਦਾ ਪੱਥਾ ਮੋਢੇ ਤੇ ਪਾਇਆ। ਸਰੇ ਕੰਕ ਕੇ ਦੀਰਘ ਪਰਨਾ ਜਨ ਪਰਸ ਪਨ ਕੋ ਕਰ ਹਿਤ ਫਿਰਨਾ। ਔਰ 12 ਦੇ ਨਾਲ ਕੰਕ ਦੇ ਵੱਡੇ ਵੱਡੇ ਖੰਭ ਲੱਗੇ ਹੋਏ ਹਨ। ਹੁਣ ਤੀਰ ਦੇ ਨਾਲ ਖੰਭ ਲਾਉਣ ਦਾ ਵੀ ਮਕਸਦ ਹੈ, ਕੋਈ ਇਹ ਸਾਇੰਟੀਫਿਕ ਢੰਗ ਹੈ, ਇਹ ਸਾਇੰਸ ਆ। ਇੱਕ ਜਿਹੜਾ ਖੰਭ ਹੁੰਦਾ ਨਾ ਉਹਦੀ ਧਾਰ ਬਿਲਕੁਲ ਸਿੱਧੀ ਹੁੰਦੀ ਹੈ। ਕਦੇ ਨਵਾਂ ਖੰਭ ਕਿਸੇ ਜਾਨਵਰ ਦਾ, ਮੋਰ ਆਦਿ ਦਾ, ਕਬੂਤਰ ਦਾ ਚੱਕ ਕੇ ਦੇਖਿਓ, ਉਹਦੇ ਧਾਰ ਬੜੀ ਸਿੱਧੀ ਹੁੰਦੀ ਹੈ। ਤੇ ਉਹ ਤੀਰ ਦੇ ਨਾਲ ਕਿਉਂ ਫਿੱਟ ਕੀਤਾ ਜਾਂਦਾ ਹੈ? ਜਦੋਂ ਨਿਸ਼ਾਨਾ ਬਿੰਨ ਕੇ ਤੀਰ ਛੱਡਿਆ ਜਾਂਦਾ ਹੈ, ਉਹ ਖੰਭ ਤੀਰ ਨੂੰ ਬਿਲਕੁਲ ਸਿੱਧਾ ਲੈ ਕੇ ਜਾਂਦਾ। ਕਹੋ ਸਤਨਾਮ। ਤਾਂ ਗੁਰੂ ਪਿਆਰਿਓ ਉਹਨਾਂ ਤੀਰਾਂ ਦੇ ਮਗਰ ਸੁੰਦਰ ਖੰਭ ਲੱਗੇ ਹੋਏ ਹਨ। ਲੇਕਰ ਗਿਰੇ ਵਿਖੇ ਤਬ ਪਾਇਓ ਦੋਇ ਦਿਸ਼ ਤਰਕਸ ਖੜਗ ਸੁਹਾਇਓ। ਔਰ ਭੱਥਾ ਮਾਨੋ ਸੱਪਾਂ ਦੇ ਠਹਿਰਨ ਲਈ ਉਹਨਾਂ ਦਾ ਘਰ ਹੈ ਤੇ ਸਤਿਗੁਰ ਦੇ ਤੀਰ ਮਾਨੋ ਭੱਥੇ ਦੇ ਵਿੱਚ ਸੱਪ ਇਕੱਠੇ ਕੀਤੇ ਹੈ ਦੁਸ਼ਮਣਾਂ ਦੇ ਲਈ। ਔਰ ਸੱਪ ਦੀ ਨਿਆਈ ਤੀਰ ਜਾਂਦਾ ਹੈ ਤੇ ਦੁਸ਼ਮਣ ਦੇ ਆਰ ਪਾਰ ਹੋ ਜਾਂਦਾ ਹੈ। ਫਿਰ ਸਤਿਗੁਰਾਂ ਨੇ ਉਹ ਭੱਥਾ ਜਿਹੜਾ ਗਾਤਰੇ ਪਾਇਆ ਹੈ ਤੇ ਫਿਰ ਸਤਿਗੁਰਾਂ ਨੇ ਹੱਥ ਵਿੱਚ ਫੜਿਆ ਹੈ ਸੁੰਦਰ ਕਮਾਨ। लेते कूल बहुमौला हाथ कमर कसी टिड बल के साथ। और मेरे प्रीतम जी खड़े होके आसन तो फिर सुंदर कमर कसा ले करके सारे शास्त्रां दे उपरों दी करदे हन। बिछुआ खंजर बाक कटार पेश कवजे धरे सुधार। फिर कमर कसे दे छोटे शास्त्र भी लाउंदे है। बिछुआ खंजर ਕਟਾਰ ਪੇਚ ਕਬਜ ਜਿਹੜੇ ਦੁਸ਼ਮਣ ਨੂੰ ਨੇੜਿਓਂ ਬੱਖੀ ਵਿੱਚ ਮਾਰੇ ਜਾਣ। ਜੇ ਦੁਸ਼ਮਣ ਨੇੜੇ ਪਹੁੰਚੇ ਫਿਰ ਉੱਥੇ ਵੱਡੀ ਤਲਵਾਰ ਕੰਮ ਨਹੀਂ ਕਰਦੀ, ਫਿਰ ਕੱਢ ਕੇ ਕਮਰ ਕਸੇ ਸਿੱਧਾ ਬੱਖੀ ਦੇ ਵਿੱਚ ਠੋਕਿਆ ਜਾਂਦਾ ਹੈ। ਫਿਰ ਉਹ ਸ਼ਾਸਤਰ ਛੋਟੇ ਵੀ ਪਾਤਸ਼ਾਹ ਜੀ ਨੇ ਕਮਰ ਕਸੇ ਵਿੱਚ ਲਾਏ। ਕਮਰ ਕਸਾ ਆਛੀ ਵਿਦ ਕਰਿਓ ਜਥਾ ਜੋਗ ਅਯੁੱਧ ਗਨ ਧਰਿਓ। ਇਉਂ ਪ੍ਰੀਤਮ ਜੀ ਤਿਆਰੀ ਕਰ ਰਹੇ ਆ। ਰਹਿੰਦੀ ਵਿਚਾਰ ਆਪਾਂ ਕੱਲ ਨੂੰ ਸਰਵਣ ਕਰਾਂਗੇ। ਸਮਾਂ ਅੱਗੇ ਜਾ ਰਹੇ ਆ। ਕਿਸ ਤਰ੍ਹਾਂ ਮੇਰੇ ਪ੍ਰੀਤ ਸਾਰੀ ਤਿਆਰੀ ਕਰਕੇ ਕਿਸ ਤਰ੍ਹਾਂ ਸਿੰਘਾਂ ਦੇ ਕੋਲੋਂ ਅਲੋਪ ਹੁੰਦੇ ਹੈ ਤੇ ਫਿਰ ਇਹ ਵੀ ਪਤਾ ਲੱਗਦਾ ਕਿ ਗੁਰੂ ਸਾਹਿਬ ਚਿਖਾ ਵਿੱਚ ਨਹੀਂ ਵੜੇਗੇ। ਇੱਕ ਕੌਤਕ ਕੀਤਾ। ਰਹਿੰਦੀਆਂ ਵਿਚਾਰਾਂ ਫਿਰ ਕਰਾਂਗੇ। ਬੋਲਦਿਆਂ ਨੇ ਕਾ ਅੱਖਰ ਬਾਅਦ ਘਾਟ ਹੋ ਜਾਂਦੇ। ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਜੋਗਾ ਬਖਸ਼ ਲੈਣਾ ਜੀ। ਕੱਲ ਨੂੰ ਸਮੇਂ ਸਿਰ ਪਹੁੰਚਣ ਦੀ ਕਿਰਪਾ ਕਰਨੀ। 5:30 ਵਜੇ ਕਥਾ ਆਰੰਭ ਹੋ ਜਾਂਦੀ ਹੈ। 6:15 ਤੱਕ ਸਮਾਪਤੀ ਹੈ। ਆਓ ਸਮਾਪਤੀ ਕਰੀਏ। हे अच्युत हे पार ब्रह्म अविनाशी अगनास। हे पूरन हे सर्वमय गुणतास। हे संगी हे निरंकार हे निर्गुण सब टेक। हे गोविंद हे गुण निदान सदा विवेक। हे अपरंपर हर हरे हे संत कै सदा संग। आधार हे ठाकुर हों दासरो निर्गुण गुण नहीं कोई। नानक दीजै नाम दान। परोए
ਆਏ ਪ੍ਰਭ ਸ਼ਰਨਾਗਤੀ ਕਿਰਪਾ ਨਿਤ ਦਿਆਲ ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਏਕ ਓੰਕਾਰ ਸਤਿਗੁਰ ਏ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਹੈ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਹੈ ਵਿਨਾਸ਼ਨ ਸੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।